ਪੰਜਾਬ ਮੇਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੇਜਪਾਲ ਸਿੰਘ ਬਨਿਹਾਸ ਤੇ ਲੈ ਕੇ ਹਾਜ਼ਰ ਹਾਂ ਖਬਰ ਜੰਕਸ਼ਨ। ਦੇਖੋ, ਇਹਦੇ ਵਿੱਚ ਬਸ ਜਿਹੜੀਆਂ ਖਬਰਾਂ ਹੈਗੀਆਂ ਉਹ ਉਹੀ ਘੁੰਮ ਘੁਮਾ ਕੇ ਅਸੀਂ ਪਿਛਲੇ ਕਾਫੀ ਸਮੇਂ ਤੋਂ ਗੱਲ ਕਰਦੇ ਰਹੇ ਹਾਂ, ਹੈ ਨਾ। ਨਵੇਂ ਦੌਰ ਚੱਲਦੇ ਨੇ, ਸਰਕਾਰ ਆਪਣੇ ਲੈਵਲ 'ਤੇ ਕੋਈ ਨਵੀਂ ਚੀਜ਼ ਸਿੱਟਦੀ ਹੈ ਕਿਸਾਨਾਂ ਦੇ ਵੱਲ ਨੂੰ, ਅਤੇ ਕਿਸਾਨ ਮੁੜ ਕੇ ਕਿੱਕ ਮਾਰ ਕੇ ਵਾਪਸ ਉਹਨਾਂ ਦੇ ਵੱਲ ਉਹ ਗੇਂਦ ਸਿੱਟੀ ਜਾਂਦੇ ਆ। ਬਸ ਆਹੀ ਚੱਲ ਰਿਹਾ ਪਿਛਲੇ ਕੁਛ ਦਿਨਾਂ ਤੋਂ। ਅਤੇ ਉੱਧਰ ਅਮਰੀਕਾ 'ਚ ਤੁਹਾਨੂੰ ਪਤਾ ਹੀ ਆ ਵੀ ਸੱਤਾ ਪਰਿਵਰਤਨ ਹੋ ਚੁੱਕਾ, ਅਤੇ ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ। ਅਤੇ ਸੱਤੀ ਸਾਹਿਬ ਸਾਡੇ ਕੋਲ ਆ ਬੈਠੇ, ਇਹਨਾਂ ਨੂੰ ਆਪਾਂ ਜੀ ਆਇਆਂ ਕਹੀਏ। ਸੱਤੀ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੱਤੀ ਸਾਹਿਬ, ਟਰਾਲੀਆਂ ਟਰੈਕਟਰ ਘੂਕਾਂ ਮਾਰਦੇ ਅੰਬਾਰ ਚੜ੍ਹਾਇਆ ਉਹਨਾਂ ਨੇ, ਜਾ ਰਹੇ ਆ ਦਿੱਲੀ ਵੱਲ ਨੂੰ। ਅੰਦਾਜ਼ਨ ਜਿਹੜਾ ਹੁਣ ਤੱਕ ਕਹਿੰਦੇ 10,000 ਤੋਂ 15,000 ਟਰੈਕਟਰ ਉੱਥੇ ਪਹੁੰਚ ਗਿਆ, ਅਤੇ ਉਹਨਾਂ ਦੇ ਉੱਤੇ ਇੱਕ ਲਾਈਨ ਵੀ ਲਿਖੀ ਹੋਈ ਆ। ਉਹ ਕਹਿੰਦੇ ਕੋਈ ਪੁੱਛਦਾ ਨਹੀਂ ਕਾਂਗਰਸੀ ਅਕਾਲੀਆਂ ਨੂੰ, ਲੋਕੀ ਮਾਰਦੇ ਸਲੂਟ ਦਿੱਲੀ ਜਾਂਦੀਆਂ ਟਰਾਲੀਆਂ ਨੂੰ। ਕੀ ਇਹ ਸਮਾਂ ਆ ਗਿਆ? ਤੇਜਪਾਲ ਜੀ, ਗੱਲ ਇੱਦਾਂ ਆ ਭਈ ਜਿਹੜਾ ਇਹ ਕਿਸਾਨ ਅੰਦੋਲਨ ਆ, ਕਿਰਤੀਆਂ ਦਾ ਅੰਦੋਲਨ ਆ, ਮਿਹਨਤ ਕਸ਼ਾਂ ਦਾ ਅੰਦੋਲਨ ਆ, ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋਣ ਵਾਲੇ ਲੋਕਾਂ ਦਾ ਅੰਦੋਲਨ ਆ, ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਲੋਕਾਂ ਦਾ ਅੰਦੋਲਨ ਆ ਜੀ। ਇਹ ਅੰਦੋਲਨ ਇਸ ਵਕਤ ਦੁਨੀਆ ਦਾ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਅੰਦੋਲਨ ਅਤੇ ਸ਼ਾਂਤਮਈ ਰਹਿਣ ਵਾਲਾ ਅੰਦੋਲਨ ਆ। ਦੁਨੀਆ 'ਚ ਮਿਸਾਲ ਕਾਇਮ ਕੀਤੀ ਆ। ਬਿਲਕੁਲ, ਇਹਦੀ ਕੋਈ ਮਿਸਾਲ ਨਹੀਂ ਮਿਲਦੀ ਵੀ ਇੰਨਾ ਲੰਮਾ ਸਮਾਂ ਫਿਰ ਆਪਣੀ ਹੀ ਸਰਕਾਰ ਦੇ ਖਿਲਾਫ ਇਹ ਅੰਦੋਲਨ ਹੋਵੇ। ਦਿੱਲੀ ਦੀਆਂ ਹੱਦਾਂ ਸਰਹੱਦਾਂ ਮੱਲ ਕੇ ਲੱਖਾਂ ਕਿਸਾਨ ਬੈਠੇ ਆ। ਪਹਿਲਾਂ ਤਾਂ ਇਹ ਕਹਿੰਦੇ ਸੀ ਜੀ ਇਹ ਪੰਜਾਬ ਦੇ ਕਿਸਾਨ ਨੇ, ਫਿਰ ਮਾੜਾ ਮੋਟਾ ਹਰਿਆਣੇ ਦੇ ਕਿਸਾਨਾਂ 'ਤੇ ਆ ਗਏ, ਹੁਣ ਪੂਰੇ ਮੁਲਕ ਦੇ ਕਿਸਾਨ ਜਿਹੜੇ ਆ ਉੱਥੇ ਇਕੱਤਰ ਹੋ ਗਿਆ। 11ਵੇਂ ਗੇੜ ਦੀ ਗੱਲਬਾਤ ਅੱਜ ਇਸ ਵੇਲੇ ਸ਼ੁਰੂ ਹੋ ਚੁੱਕੀ ਹੋਵੇਗੀ ਵਿਗਿਆਨ ਭਵਨ ਦੇ ਵਿੱਚ, ਪਰ ਸਰਕਾਰ ਦੀ ਅਜੇ ਵੀ ਕੋਈ ਇਰਾਦਾ ਜਿਹੜਾ ਸਰਕਾਰ ਦਾ ਕੋਈ ਮਨਸ਼ਾ ਲੱਗਦੀ ਨਹੀਂ ਵੀ ਕੱਲ੍ਹ ਨੂੰ ਕਿਸੇ ਸਿਰੇ ਲਾਵੇ। ਬਿਲਕੁਲ, ਜਿਹੜੀ ਪਿਛਲੀ ਗੇੜ ਦੀ ਗੱਲਬਾਤ ਹੋ ਕੇ ਹਟੀ ਆ 10ਵੇਂ ਗੇੜ ਦੀ, ਉਹਦੇ 'ਚ ਕੀ ਕਹਿੰਦੇ ਪਈ ਜੀ 1.5-2 ਸਾਲ ਤੱਕ ਜਿਹੜੇ ਕਾਨੂੰਨ ਨੇ ਉਹ ਡੈਫਰ ਕਰ ਦਿੰਦੇ ਆ, ਮੁਅੱਤਲ ਕਰ ਦਿੰਦੇ ਆ, ਲਾਗੂ ਨਹੀਂ ਹੋਣਗੇ। ਤਾਂ ਜਿਹੜੀ MSP ਆ, ਘੱਟੋ ਘੱਟ ਸਮਰਥਨ ਮੁੱਲ ਜਿਣਸਾਂ ਦਾ ਭਾਅ ਦਾ, ਉਹ ਜਿਹੜਾ ਉਹਦੇ ਲਈ ਇੱਕ ਕਮੇਟੀ ਬਣਾ ਦਿੰਦੇ ਆ। ਸੋ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਖਿੱਚ ਕੇ ਜੀ, ਹੁਣ ਫੇਰ ਉਸੇ ਗੱਲ 'ਤੇ ਰਾਜੇਵਾਲ ਸਾਹਿਬ ਪਿਛਲੇ ਦਿਨੀ ਕਹਿੰਦੇ ਪਈ ਜਦੋਂ ਉਹ ਆਪਣੀ ਬੜਬੜ ਸ਼ੁਰੂ ਕਰ ਲੈਂਦੇ ਆਪੇ ਵੀ ਇਹ 'ਚ ਸੋਧਾਂ ਕਰਵਾ ਲਓ ਹੈ ਨਾ, ਪਰ ਉਹ ਕਾਨੂੰਨਾਂ ਨੂੰ ਜਿਹੜੀ ਸਾਡੀ ਮੰਗ ਆ ਵੀ ਕਾਨੂੰਨ ਰੱਦ ਕਰੋ, ਉਹਦੇ 'ਤੇ ਨਹੀਂ ਆਉਂਦੇ। ਬਿਲਕੁਲ। ਦੂਸਰਾ, ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਕਿਉਂ ਨਹੀਂ ਦੇ ਰਹੀ? ਹਾਲੇ ਵੀ ਉਹਦੇ ਲਈ ਜਿਹੜਾ ਤਾਲਾ ਹੀ ਵੱਟਿਆ ਹੋਇਆ, ਠੀਕ ਹੈ ਨਾ, ਕਮੇਟੀਆਂ ਦੇ ਚੱਕਰ 'ਚ ਪਾ ਰਹੀ ਆ। ਸੋ ਕੱਲ੍ਹ ਜਿਹੜੀ ਮੀਟਿੰਗ ਹੋਈ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ, ਉਹਨਾਂ ਨੇ ਪੂਰੀ ਸਰਬਸੰਮਤੀ ਨਾਲ ਰੱਦ ਕਰ ਦਿੱਤੀਆਂ ਸਰਕਾਰ ਦੀਆਂ ਤਜਵੀਜ਼ਾਂ। ਤੇ ਅੱਜ ਦੇਖੋ ਕੀ ਹੁੰਦਾ। ਫਿਰ ਤੁਸੀਂ ਦੇਖੋ ਵੀ ਜਿਹੜੀ ਮੀਟਿੰਗ ਦੇ ਵਿੱਚ ਜਾਂਦੇ ਆ, 10 ਗੇੜਾਂ ਦੀ ਮੀਟਿੰਗ ਹੋ ਚੁੱਕੀ ਆ। ਬਿਲਕੁਲ। ਤੇ ਰੋਦੂ ਸਿੰਘ ਮਾਨਸਾ ਹੋਰਾਂ ਦੀ ਗੱਡੀ ਪੁਲਿਸ ਵਾਲਾ ਰੋਕਦਾ। ਬਿਲਕੁਲ। ਤਾਂ ਉਹਨਾਂ ਨੂੰ ਪੁੱਛਦਾ ਵੀ ਨਹੀਂ ਜੀ ਤੁਸੀਂ ਗੱਲ ਕਰਾਓ। ਗੱਲ ਉਹਨਾਂ ਦੇ ਕਿਹੜੇ ਫੁੱਫੜਾ ਨਾਲ ਕਰਵਾਉਣੀ ਆ ਮਾਨਸਾ ਸਾਹਿਬ ਦੇ ਨਾਲ? ਬਿਲਕੁਲ। ਵੀ ਉਹਨਾਂ ਨੂੰ ਨਹੀਂ ਪਤਾ, ਸਿਕਿਉਰਿਟੀ ਏਜੰਸੀਆਂ ਨੂੰ ਨਹੀਂ ਪਤਾ ਵੀ ਇੱਥੇ ਕੌਣ ਆਉਂਦੇ ਆ ਰੋਜ਼, ਤੇ ਰੋਦੂ ਸਿੰਘ ਮਾਨਸਾ ਕੌਣ ਆ? ਬਿਲਕੁਲ, ਠੀਕ ਹੈ। ਉਹ ਪੰਜਾਬ ਦਾ ਸਿਰ ਕੱਢ ਕਿਸਾਨ ਆਗੂ ਆ। ਫਿਰ ਉਹਦੀ ਕਾਰ ਦਾ ਸ਼ੀਸ਼ਾ ਭੰਨਿਆ ਜਾਂਦਾ ਜਦੋਂ ਸਾਈਡ 'ਤੇ ਲਾ ਕੇ ਗੱਲ ਕਰਨੀ ਚਾਹੁੰਦੇ ਆ। ਸੋ ਇਹ ਬਦਤਮੀਜੀ ਇਹੋ ਜਿਹੀ ਵੀ ਉੱਥੇ ਕਰਦੇ ਨੇ। ਦੇਖੋ, ਹੋਰ ਕੋਈ ਤਾਂ ਬੰਦਾ ਲੁਕ ਜੂਗਾ ਜੀ। ਰੋਦੂ ਸਿੰਘ ਮਾਨਸਾ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਹੜੀ ਹਰ ਵੇਲੇ ਆਪਣੇ ਕੋਲ ਖੂੰਡਾ ਰੱਖਦੇ ਨੇ। ਉਹ ਜੀ ਜਿਹੜਾ ਪੁਰਾਣਾ ਆਪਣਾ ਸੰਮਾਂ ਵਾਲੀ ਡਾਂਗ ਹੁੰਦੀ ਸੀ ਤੇ ਖੂੰਡਾ ਹੁੰਦਾ, ਉਹ ਖੂੰਡਾ ਹਮੇਸ਼ਾ ਉਹਨਾਂ ਕੋਲ ਹੁੰਦਾ ਜੀ। ਔਰ 11 ਵਾਰ ਉਹ ਵਿਗਿਆਨ ਭਵਨ 'ਚ ਗਏ ਆ, ਠੀਕ ਆ। ਕਿਤੇ ਇਹਦਾ ਇਹ ਮਤਲਬ ਤਾਂ ਨਹੀਂ, ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਇੱਕ ਅੰਦਰੋਂ ਗੱਲ ਨਿਕਲ ਕੇ ਆਈ ਸੀ ਵੀ ਬਾਕੀ ਹਾਲੇ ਗੱਲਾਂ ਘਰੇ ਹੀ ਰਹੇ ਸੀਗੇ, ਗੱਲ ਨੂੰ ਉਹ ਲਮਕਾਉਣਾ ਚਾਹੁੰਦੇ ਸੀਗੇ ਜਿਹੜੇ ਮਿਨਿਸਟਰ ਸੀਗੇ। ਤਾਂ ਰੋਦੂ ਸਿੰਘ ਮਾਨਸਾ ਨੇ ਖੜੇ ਹੋ ਕੇ ਕਹਿ ਦਿੱਤਾ ਸੀ ਵੀ ਤੁਸੀਂ ਸਾਡਾ 2 ਹਰਫੀ ਗੱਲ ਕਰੋ, ਯੈਸ ਕਿ ਨੋ। ਉਹ ਇਸ ਗੱਲ ਦੀ ਤਕਲੀਫ ਵੀ ਹੋ ਸਕਦੀ ਆ। ਸੋ ਦੂਸਰਾ, 147 ਕਿਸਾਨਾਂ ਨੂੰ ਵੀ ਜਿਹੜੇ ਸ਼ਹੀਦੀਆਂ ਪਾ ਚੁੱਕੇ ਆ ਇਸ ਅੰਦੋਲਨ ਲਈ, ਉਹਨਾਂ ਨੂੰ ਮਿਹਨਤਕਸ਼ ਦਾ ਆਪਣਾ ਸ਼ਹੀਦ ਗਰਦਾਨਦੇ ਹਨ। ਬਿਲਕੁਲ। ਔਰ ਉਹਨਾਂ ਨੂੰ ਵੀ ਕੱਲ੍ਹ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਜੀ। ਉਸ ਤੋਂ ਇਲਾਵਾ ਪਹਿਲੀ ਜਿਹੜੀ ਮੀਟਿੰਗ ਹੋ ਕੇ ਹਟੀ ਆ, ਉਹ 'ਚ NIA ਦੇ ਨੋਟਿਸਾਂ ਦਾ ਮੁੱਦਾ ਉਠਾਇਆ ਗਿਆ, ਤੇ ਤਿੰਨੇ ਮੰਤਰੀ ਕਹਿੰਦੇ ਆ ਵੀ ਇਹ ਜੀ ਅਸੀਂ ਵਿਚਾਰਾਂਗੇ, ਗੌਰ ਕਰਾਂਗੇ। ਗੌਰ ਕੀ ਕਰਨੀ ਆ? ਤੁਹਾਡੀ ਸਰਕਾਰ ਆ, ਤੁਸੀਂ ਸਰਕਾਰ ਵੱਲੋਂ ਗੱਲਬਾਤ ਕਰਨ ਆਉਂਦੇ ਆ
ਤੇ ਤੁਹਾਡੀ ਸ਼ਹਿ ਤੇ ਸਾਰਾ ਕੁਝ ਹੋ ਰਿਹਾ ਹੋਵੇ ਤਾਂ ਗੌਰ ਤੁਸੀਂ ਕਾਹਦੇ ਤੇ ਕਰਨੀ ਆ। ਬਿਲਕੁਲ। ਸੋ ਉਹ ਸਾਰਾ ਕੁਝ ਮੁੱਦਿਆਂ ਤੋਂ ਟਾਲਾ ਵੱਟਣ ਦੀ ਨੀਤੀ ਤੇ ਸਰਕਾਰ ਚੱਲ ਰਹੀ ਆ ਤੇ ਮੈਨੂੰ ਨਹੀਂ ਲੱਗਦਾ ਅੱਜ ਵੀ ਗੱਲ ਕਿਸੇ ਸਿਰੇ ਲੱਗਦੀ ਆ। ਰਾਜੇਵਾਲ ਸਾਹਿਬ ਕਹਿੰਦੇ ਨੇ ਵੀ ਭਾਈ ਦੇਖੋ ਮੇਰਾ ਮੂੰਹ ਨਾ ਖਲਾਓ, ਜੇ ਮੇਰਾ ਮੂੰਹ ਖੁੱਲਿਆ ਤੇ ਜਿਹੜੇ ਹਾਲਾਤ ਨੇ ਉਹ ਖਰਾਬ ਵੀ ਹੋ ਸਕਦੇ ਆ। ਬਿਲਕੁਲ ਸਹੀ ਗੱਲ ਹੈ। ਔਰ ਉਹਨਾਂ ਨੇ ਸਾਫ਼-ਸਾਫ਼ ਕਿਹਾ ਵੀ ਇਹ ਮੋਦੀ ਦੀ ਹਿੰਡ ਕਾਰਨ ਮਸਲਾ ਕਿਸੇ ਸਿਰੇ ਨਹੀਂ ਲੱਗ ਰਿਹਾ ਹੈਗਾ ਤੇ ਜਦ ਤੱਕ ਇਹ ਮਸਲਾ ਸਿਰੇ ਨਹੀਂ ਲੱਗਣਾ ਅਸੀਂ ਘਰਾਂ ਨੂੰ ਨਹੀਂ ਮੁੜਨਾ ਹੈਗਾ। ਬਿਲਕੁਲ। ਸੋ ਇੰਨੀ ਸਪਸ਼ਟ ਗੱਲ ਕਹਿਣ ਤੋਂ ਬਾਅਦ ਵੀ ਸਰਕਾਰ ਜਿਹੜੀ ਆ ਇੰਨੀ ਮਤਲਬ ਢੀਠਤਾਈ ਦਿਖਾ ਰਹੀ ਆ ਭਈ ਉਹ ਆਉਣ ਵਾਲੇ ਸਮੇਂ 'ਚ ਜਾਂ ਅੱਜ ਜਿਹੜੀ ਮੀਟਿੰਗ ਹੁੰਦੀ ਆ ਮੈਨੂੰ ਨਹੀਂ ਲੱਗਦਾ ਅੱਜ ਵੀ ਗੱਲ ਕਿਸੇ ਸਿਰੇ ਲੱਗੇ। ਦੇਖੋ ਸਤੀ ਸਾਹਿਬ, ਇਹਦੇ 'ਚ ਜਿੱਦਾਂ ਕਿਸਾਨ ਆਗੂਆਂ ਨੇ ਇੱਕ ਗੱਲ ਕਹੀ ਆ, ਕਹਿੰਦੇ ਸਰਕਾਰੀ ਕਮੇਟੀ ਜੀ, ਉਹਦਾ ਮਤਲਬ ਹੈ ਕੰਮ ਤੇ ਮਿੱਟੀ ਜੀ, ਵੀ ਜਿਹੜਾ ਕੰਮ ਕਰਨਾ ਉਹ ਤੇ ਮਿੱਟੀ ਪਾ ਦਿਓ, ਜਦੋਂ ਫਿਰ ਦੇਖਾਂਗੇ ਜਦੋਂ ਲੋੜ ਹੋਈ ਉਹਨਾਂ ਦਾ ਮਤਲਬ ਪੂਰਾ ਹੁੰਦਾ ਹੈ ਉਦੋਂ ਇਹ ਕੱਢ ਲਾਂਗੇ। ਹਾਂਜੀ। ਦੂਜੀ ਗੱਲ 18 ਮਹੀਨੇ ਜਿਹੜੇ ਚੁਣੇ ਗਏ, 18 ਮਹੀਨਿਆਂ ਤੋਂ 24 ਮਹੀਨਿਆਂ ਦਾ ਟਾਈਮ ਜੀ, ਉਹ ਸੁਨੀਲ ਜਾਖੜ ਹੁਣੀ ਕਹਿ ਰਹੇ ਆ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ, ਉਹ ਕਹਿੰਦੇ ਇਹਨਾਂ ਨੇ ਇਸ ਕਰਕੇ ਚੁਣਿਆ ਕਿਉਂਕਿ ਬੀਜੇਪੀ ਦੇ ਹੁਣ ਮਤਲਬ ਇੱਕ ਕਿਸਮ ਦਾ ਇਹ ਆ ਵੀ ਇਹਨਾਂ ਦਾ ਟੋਟਲ ਮੁਕੰਮਲ ਬਾਈਕਾਟ ਹੈ, ਇਹਨਾਂ ਨੂੰ ਪਿੰਡਾਂ 'ਚ ਲੋਕੀ ਵੜਨ ਨਹੀਂ ਦੇ ਰਹੇ ਤੇ 2022 ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਇਹਨਾਂ ਨੇ ਉਹ 18 ਮਹੀਨੇ ਜਿਹੜਾ ਅੱਗੇ ਖਿਸਕਾਉਣ ਦੀ ਕੋਸ਼ਿਸ਼ ਕੀਤੀ ਆ ਵੀ ਬਾਅਦ 'ਚ ਫੇਰ ਸੱਪ ਕੱਢ ਲਾਂਗੇ। ਉਹੀ ਨਾ, ਇਹ ਉਹੀ ਸੱਪ ਕੱਢਣਾ ਚਾਹੁੰਦੇ ਆ ਵੀ ਹੁਣ ਲਟਕਾ ਲਓ, ਮੁੜ ਕੇ ਚੋਣਾਂ ਆ ਜਾਣਗੀਆਂ ਤਦ ਤੱਕ ਚਲੋ ਜੀ ਮਸਲਾ। ਕਿਉਂ ਨਹੀਂ ਭਾਜਪਾ ਸਮਝਦੀ, ਇਹਦੇ ਕੇਂਦਰੀ ਆਗੂ ਸਮਝਦੇ ਵੀ 125 ਤੋਂ ਵੱਧ ਥਾਵਾਂ ਤੇ ਅਜੇ ਪੰਜਾਬ 'ਚ ਧਰਨੇ ਚੱਲ ਰਹੇ ਆ, ਲਗਾਤਾਰ ਜਿਹੜੇ ਚੱਲ ਰਹੇ ਆ ਅੰਬਾਨੀਆਂ ਅਡਾਨੀਆਂ ਦੇ ਕਾਰੋਬਾਰੀ ਟਿਕਾਣਿਆਂ ਤੇ, ਠੀਕ ਹੈ, ਪੈਟਰੋਲ ਪੰਪਾਂ ਤੇ ਔਰ ਰੇਲਵੇ ਸਟੇਸ਼ਨਾਂ ਦੇ ਬਾਹਰ ਪਾਰਕਾਂ ਤੇ ਅਜੇ ਤੱਕ ਟੋਲ ਪਲਾਜ਼ਿਆਂ ਤੇ ਧਰਨੇ ਜਿਹੜੇ ਆ ਚੱਲ ਰਹੇ ਆ, ਬਾਦਸਤੂਰ ਜਾਰੀ ਨੇ ਤੇ ਬਿਲਕੁਲ ਖੁੱਡੇ ਐਲਾਨ ਸਿਆਸੀ ਪਾਰਟੀਆਂ ਲਾਤੀਆਂ ਪੰਜਾਬ ਦੀਆਂ ਇਸ ਅੰਦੋਲਨ ਨੇ। ਭਾਜਪਾ ਆਪ ਅਕਾਲੀ ਕਿਤੇ ਜਾਣ ਜੋਗੇ ਨਹੀਂ, ਹਰ ਥਾਂ ਵਿਰੋਧ ਹੋ ਰਿਹਾ ਬਿਲਕੁਲ। ਤੇ ਇਹ ਜਿਹੜੇ ਹਾਲਾਤ ਆ ਇਹ ਤਾਂ ਪੈਦਾ ਹੋਏ ਆ ਵੀ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਦੇਖੋ ਭਈ ਤੇਜਪਾਲ ਜੀ ਇੰਨਾ ਲੰਮਾ ਸਮਾਂ ਚੱਲਣਾ, ਇੰਨਾ ਸ਼ਾਂਤਮਈ ਚੱਲਣਾ। ਬਿਲਕੁਲ। 10 ਬੰਦੇ ਇਕੱਠੇ ਕਰ ਲਓ ਨਾ ਤਾਂ ਉਹ ਇੱਕ ਦਾ ਮੂੰਹ ਉਧਰ ਨੂੰ ਹੁੰਦਾ, ਇੱਕ ਦਾ ਉਧਰ ਨੂੰ ਹੁੰਦਾ। 5-7 ਹਜ਼ਾਰ ਦੀ ਰੈਲੀ ਹੋਵੇ ਨਾ ਤੇ ਉੱਥੇ ਹੀ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਰੈਲੀ 'ਚ ਕਿਹੜੇ ਬੰਦੇ ਆ ਗਏ ਆ ਤੇ ਉੱਥੇ ਲੱਖਾਂ ਬੰਦੇ ਬੈਠੇ ਆ, ਸ਼ਾਂਤਮਈ ਸਾਰਾ ਕੁਝ ਚੱਲ ਰਿਹਾ ਔਰ ਅਜੇ ਤੱਕ ਇਕਜੁੱਟਤਾ ਹੈ। ਅੱਛਾ, ਪੰਜਾਬੀ ਤੇ ਵੈਸੇ ਅੱਖਰ ਤਬੀਅਤ ਦੇ ਮੰਨੇ ਗਏ ਆ ਜੀ, ਪਰ ਹੈਰਾਨੀ ਇਸ ਗੱਲ ਦੀ ਆ ਵੀ ਇੰਨਾ ਜ਼ਿਆਦਾ ਡਿਸਪਲਿਨ, ਮੇਰੇ ਖਿਆਲ ਆਰਮੀ ਨਾਲੋਂ ਜ਼ਿਆਦਾ ਡਿਸਪਲਿਨ ਤੇ ਸਾਡੇ ਕਿਸਾਨਾਂ 'ਚ ਨਿਕਲਿਆ। ਤੁਸੀਂ ਦੇਖੋ ਵੀ ਆਪਣੀ ਆਪਣੀ ਸਫਾਈ ਕਰਦੇ ਸਾਰੇ, ਆਪਣਾ ਆਪਣਾ ਖਾਣ ਪੀਣ, ਠੀਕ ਹੈ, ਔਰ ਇੰਨੇ ਢੰਗ ਨਾਲ ਸਿਸਟਮ ਚਲਾ ਰਹੇ ਆ ਵੀ ਦੁਨੀਆ ਦੇਖ ਰਹੀ ਆ। ਹਾਂ ਦੇਖੋ, ਅੱਛਾ ਇਹ ਜਿਹੜਾ ਹੁਣ ਪ੍ਰੈਸ਼ਰ ਬਣ ਰਿਹਾ ਸਰਕਾਰ ਤੇ ਜੀ, ਇਹ ਤੁਹਾਨੂੰ ਲੱਗਦਾ ਵੀ 26 ਜਨਵਰੀ ਦੀ ਇੱਕ ਪਰੇਡ ਜਿਹੜੀ ਹੈਗੀ ਹੈ, ਜਿਹੜੀ ਕਿਸਾਨਾਂ ਨੇ ਆਲਰੇਡੀ ਫਿਕਸ ਕੀਤੀ ਹੋਈ ਹੈ, ਹਾਂਜੀ, ਇਹ ਉਹਦੇ ਕਰਕੇ ਬਣ ਰਿਹਾ ਜਾਂ 26 ਜਨਵਰੀ ਤੋਂ ਬਾਅਦ ਇੱਕ ਹੋਰ ਵੱਡਾ ਇਵੈਂਟ ਜਿਹੜਾ ਬਜਟ ਸੈਸ਼ਨ ਆ ਰਿਹਾ ਜਿਹਦੇ ਸਰਕਾਰ ਨੂੰ ਇਦਾਂ ਲੱਗਦਾ ਵੀ ਹੋ ਸਕਦਾ ਉੱਥੇ ਵਿਰੋਧੀ ਵੀ ਸਾਨੂੰ ਘੇਰਨਗੇ ਕਿਉਂਕਿ ਰਾਜ ਸਭਾ ਦੇ ਵਿੱਚ ਇਹਨਾਂ ਦੀ ਘੱਟ ਗਿਣਤੀ ਹੈਗੀ ਹੈ ਤੇ ਉਹ ਰਾਜ ਸਭਾ ਦੇ ਵਿੱਚ ਜਿੱਦਾਂ ਇਹਨੀ ਕਾਨੂੰਨ ਪਾਸ ਕਰਾਏ ਉਹ ਸਭ ਨੂੰ ਪਤਾ ਤੇ ਇਹਨਾਂ ਨੂੰ ਲੱਗਦਾ ਵੀ ਉੱਥੇ ਘਿਰ ਜਾਾਂਗੇ ਅਸੀਂ। ਦੇਖੋ ਅਜੇ ਤੱਕ ਕਿਉਂਕਿ ਜਿਹੜੀ ਕਹਿੰਦੇ ਹੁੰਦੇ ਆ ਐਬਸੋਲੂਟ ਮੈਜੋਰਟੀ ਆ ਨਾ, ਉਹ ਜਿਹੜੀ ਆ ਨਾ ਉਹ ਲੋਕਾਂ ਦਾ ਦਿਮਾਗ ਵੀ ਖਰਾਬ ਕਰ ਦਿੰਦੀ ਹੈ। ਸੋ ਇਹਨਾਂ ਕੋਲ ਹੈਗੀ ਐਬਸੋਲੂਟ ਮੈਜੋਰਟੀ। ਜਿੱਦਾਂ ਇਹਨਾਂ ਨੇ ਖੇਤੀ ਕਾਨੂੰਨ ਪਾਸ ਕੀਤੇ ਆ, ਜਿੱਦਾਂ ਇਹ ਹੋਰ ਕਾਰਵਾਈਆਂ ਅੱਜ ਤੱਕ ਦੀਆਂ ਆਪਣੇ ਦੇਖਣ 'ਚ ਆਉਂਦੀਆਂ ਪਾਰਲੀਮੈਂਟ ਦੇ ਵਿੱਚ, ਸੋ ਉੱਥੇ ਵਿਰੋਧ ਕਾਂਗਰਸੀ ਆ ਨਾ ਇੱਕ ਤਾਂ ਉਹਦੀ ਮਤਲਬ ਵਿਰੋਧਤਾ ਨੂੰ ਜਿਹੜਾ ਇੱਕ ਵਾਢਿਓ ਇਹ ਰੱਦ ਕਰ ਦਿੰਦੇ ਆ। ਹੋਰ ਖੇਤਰੀ ਪਾਰਟੀਆਂ ਆ ਉਹਨਾਂ ਮਤਲਬ ਬਹੁਮਤ ਨਹੀਂ ਹੈਗਾ ਉਹਨਾਂ ਦੇ ਕੋਲ, ਹੈ ਨਾ, ਸੋ ਘੱਟ ਗਿਣਤੀ ਦੇ ਵਿੱਚ ਹੈਗਾ। ਇਸ ਕਰਕੇ ਜੇ ਵੋਟਿੰਗ ਵੀ ਹੁੰਦੀ ਆ ਤੇ ਇਹਨਾਂ ਦੀ ਮੈਜੋਰਟੀ ਹੈਗੀ ਆ। ਸੋ ਇੱਦਾਂ ਮੈਨੂੰ ਲੱਗਦਾ ਨਹੀਂ, ਮਾੜਾ ਮੋਟਾ ਤਾਂ ਚਲੋ ਰੌਲਾ ਰੱਪਾ ਪੈਂਦਾ ਹੀ ਆ, ਵਿਰੋਧੀ ਪਾਰਟੀਆਂ ਆਪਣਾ ਰੋਲ ਅਦਾ ਕਰਦੀਆਂ ਹੈਗੀਆਂ। ਤਾਂ ਉਹ ਤੋਂ ਇਲਾਵਾ ਜਿਹੜਾ ਤੁਸੀਂ ਗੱਲ ਕਰਦੇ ਸੀਗੇ 26 ਦੀ ਟਰੈਕਟਰ ਮਾਰਚ ਦੀ, ਕੱਲ੍ਹ ਵੀ ਜਿਹੜੀ ਗੱਲਬਾਤ ਆ ਪੁਲਿਸ ਦੇ ਦਰਮਿਆਨ ਤੇ ਕਿਸਾਨ ਜਥੇਬੰਦੀਆਂ ਦੇ ਉਹ ਕਿਸੇ ਸਿਰੇ ਨਹੀਂ ਲੱਗੀ। ਉਹ 'ਚ ਹਰਿਆਣਾ ਦੀ ਪੁਲਿਸ, ਯੂਪੀ ਦੀ ਪੁਲਿਸ, ਦਿੱਲੀ ਦੀ ਪੁਲਿਸ ਤੇ ਦਿੱਲੀ ਪੁਲਿਸ ਨੇ ਹਰੀ ਝੰਡੀ ਦੇਣੋਂ ਨਾ ਕਰ ਦਿੱਤੀ ਹੈਗੀ ਆ ਤੇ ਅੱਜ ਫੇਰ ਗੱਲਬਾਤ ਹੋ ਰਹੀ ਆ। ਉਹ ਕਹਿੰਦੇ ਆ ਜੀ ਭਈ ਦੇਖੋ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਆਊਟਰ ਰਿੰਗ ਰੋਡ ਤੱਕ ਵੀ ਸਿਕਿਉਰਿਟੀ ਦਾ ਸਿਸਟਮ ਹੁੰਦਾ ਹੈਗਾ ਤੇ ਵੀ ਤੁਸੀਂ ਉੱਥੇ ਵੀ ਨਾ ਕਰੋ। ਕਿਸਾਨ ਹੁਣ ਕਹਿੰਦੇ ਆ ਵੀ ਜੇ ਮਤਲਬ ਅਸੀਂ ਦਿੱਲੀ 'ਚ ਨਹੀਂ ਬਣਨਾ, ਇਨਰ ਰਿੰਗ ਰੋਡ ਤੇ ਨਹੀਂ ਜਾਣਾ ਤੇ ਆਊਟਰ ਰਿੰਗ ਰੋਡ ਤੇ ਅਸੀਂ ਕਰਨੀ ਆ ਟਰੈਕਟਰ ਰੈਲੀ। ਉਹਦੇ ਲਈ ਤਾਂ ਤੁਸੀਂ ਦੇਖੋ ਵੀ ਲੋਕਾਂ 'ਚੋਂ ਕਿੰਨਾ ਉਤਸ਼ਾਹ ਆ, ਆਲੇ ਦੁਆਲੇ ਦੇ ਸੂਬਿਆਂ 'ਚ, ਦੇਸ਼ ਭਰ 'ਚ ਵੀ ਕਿੱਦਾਂ ਕਿਸਾਨ
ਟਰੈਕਟਰਾਂ ਨੂੰ ਮੋਡੀਫਾਈ ਕਰਕੇ ਕਿੱਦਾਂ ਟਰੈਕਟਰ ਟਰਾਲੀਆਂ ਲੈ ਕੇ ਵਹੀਰਾਂ ਘੱਤੀਆਂ ਜਾ ਰਹੀਆਂ ਦਿੱਲੀ ਵਾਲੇ ਪਾਸੇ ਨੂੰ ਜੀ। ਸੋ ਅੱਜ ਦੀ ਗੱਲਬਾਤ 'ਚ ਆਪਾਂ ਦੇਖਦੇ ਹਾਂ ਵੀ ਪੁਲਿਸ ਦੇ ਨਾਲ ਕੀ ਹੁੰਦਾ। ਹਾਲ ਦੀ ਘੜੀ ਪੁਲਿਸ ਵੱਲੋਂ ਨਾ ਹੈਗੀ ਆ। ਅੱਛਾ, ਇੱਕ ਨਾ ਮੂਰਥਲ ਦੇ ਵਿੱਚ ਟਰਾਲੀ ਨੂੰ ਅੱਗ ਲਾਈ ਗਈ ਆ ਜੀ। 2 ਬੰਦੇ ਆਏ, ਉਹਨਾਂ ਨੇ ਟਰਾਲੀ ਨੂੰ ਅੱਗ ਲਾਈ ਔਰ ਉਹਨਾਂ 'ਚੋਂ ਇੱਕ ਬੰਦਾ ਫੜਿਆ ਵੀ ਗਿਆ। ਔਰ ਉਸ ਬੰਦੇ ਨੇ ਉੱਥੇ ਜੋ ਮੈਂ ਤਾਂ ਵੀਡੀਓ ਦੇਖੀ ਹੈ ਉਹਦੇ ਵਿੱਚ ਉਸ ਬੰਦੇ ਨੇ ਕਿਹਾ ਵੀ ਮੈਨੂੰ 1 ਲੱਖ ਦਾ ਵਾਅਦਾ ਕੀਤਾ ਗਿਆ ਸੀ ਵੀ ਜੇ ਮੈਂ ਟਰਾਲੀਆਂ ਸਾੜਾਂ ਤਾਂ। ਜੀ। ਇਹ ਕਿਤੇ ਉਹ ਜਿਹੜਾ ਬੀਜੇਪੀ ਨੇ ਲੈਟਰ ਕੱਢਿਆ ਸੀ ਕਿਤੇ ਉਹਦਾ ਹੀ ਅਸਰ ਤੇ ਨਹੀਂ ਲੋਕਾਂ ਤੇ ਹੋ ਰਿਹਾ? ਦੇਖੋ, ਪਹਿਲੇ ਦਿਨ ਤੋਂ ਹੀ ਜਿੱਦਣ ਤੋਂ ਇਹ ਅੰਦੋਲਨ ਚੱਲ ਰਿਹਾ, ਅੰਦੋਲਨ ਨੂੰ ਧਾਰ ਪੀੜੋ ਕਰਨ ਲਈ, ਅੰਦੋਲਨ ਨੂੰ ਬਦਨਾਮ ਕਰਨ ਲਈ, ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ, ਪੰਜਾਬੀਆਂ ਨੂੰ, ਹਰਿਆਣਵੀਆਂ ਨੂੰ ਤੇ ਬਾਕੀ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਕਿਤੇ ਨਾ ਕਿਤੇ ਸਰਕਾਰ ਘੁਸਪੈਠ ਦਾ ਯਤਨ ਕਰ ਰਹੀ ਹੈ। ਕਿਤੇ ਇਹੋ ਜਿਹੀਆਂ ਕਾਰਵਾਈਆਂ ਕਰਵਾਉਂਦੇ ਆ, ਕਿਤੇ ਥੋੜਾ ਬਹੁਤ ਹਿੰਸਾ ਵੀ ਕਰਨ ਦਾ ਯਤਨ ਕਰਦੇ ਆ, ਆਪਣੇ ਬੰਦੇ ਭੇਜਦੇ ਆ। ਯੂਨੀਅਨਾਂ ਦੇ ਵਿੱਚ ਘੁਸਪੈਠ ਹੋਣ ਦਾ ਯਤਨ, ਜਿਵੇਂ ਹੁਣ ਚੜੂਨੀ ਸਾਹਿਬ ਤੇ ਦੋਸ਼ ਲੱਗੇ ਪਈ, ਉਹ ਕੱਕਾ ਜੀ ਕਹਿ ਰਹੇ ਆ ਜੀ ਪਈ ਇੰਨੇ ਕਰੋੜ ਦੀ ਡੀਲ ਹੋਈ ਆ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਡੇਗਣ ਦੀ। ਇਹ ਸਰਕਾਰ ਦੀਆਂ ਸਾਰੀਆਂ ਚਾਲਾਂ ਆ, ਕਿਸਾਨ ਆਗੂਆਂ ਨੂੰ ਬਦਨਾਮ ਕਰਨ ਦੀਆਂ ਸਾਰੀਆਂ ਚਾਲਾਂ ਨੇ। ਸੋ ਉਹ ਜਿਹੜੀ ਤੁਸੀਂ ਕਹਿੰਦੇ ਆ ਨਾ ਵੀ ਪਿਛਲੇ ਦਿਨੀ ਚਿੱਠੀ ਕੱਢੀ ਆ RSS ਵੱਲੋਂ ਪਈ ਤੁਸੀਂ ਘੁਸਪੈਠ ਕਰੋ, ਇੱਦਾਂ ਕਰੋ, ਉੱਦਾਂ ਕਰੋ, ਤਾਂ ਅਸੀਂ ਤੁਹਾਡੀ ਹਮਾਇਤ ਕਰਦੇ ਹਾਂ, ਜੇ ਤੋਂ ਇਹ ਮੁਨਕਰ ਹੁੰਦੇ ਆ, ਕੋਈ ਵੱਡੀ ਗੱਲ ਨਹੀਂ ਵੀ ਉਸ ਚਿੱਠੀ ਦਾ ਹੀ ਇਹ ਅਸਰ ਹੋਵੇ। ਤਾਂ ਇਹੋ ਜਿਹੀਆਂ ਜਿਹੜੀਆਂ ਹਿੰਸਕ ਕਾਰਵਾਈਆਂ, ਕਿਤੇ ਅੱਗ ਲਾਉਣ ਦੀ, ਕਿਤੇ ਕੋਈ ਗਲਤ ਮਲਤ ਨਾਅਰੇਬਾਜ਼ੀ ਕਰਨ ਦੀ, ਸੋ ਇਹ ਸਰਕਾਰ ਦੀਆਂ ਚਾਲਾਂ ਦਾ ਇੱਕ ਹਿੱਸਾ ਸਮਝਦਾ ਮੈਂ ਉਹ ਟਰਾਲੀਆਂ ਨੂੰ ਅੱਗ ਲਾਇਆ ਜਾਣਾ ਵੀ। ਠੀਕ ਹੈ। ਚੜੂਨੀ ਸਾਹਿਬ ਦੀ ਤੁਸੀਂ ਗੱਲ ਕੀਤੀ ਸੀ, ਅੱਜ ਮੈਂ ਚੜੂਨੀ ਸਾਹਿਬ ਦੀ ਇੰਟਰਵਿਊ ਸੁਣਦਾ ਸੀ, ਉਹ 'ਚ ਪ੍ਰੈਸ ਰਿਪੋਰਟਰ ਇਕੱਠੇ ਹੋ ਕੇ ਉਹ ਪ੍ਰੈਸ ਰਿਪੋਰਟਰ ਤੇ ਆਪਣੀਆਂ ਹੀ ਮਤਲਬ ਇੱਲ ਦੀਆਂ ਠੀਕ ਹੈ ਨਾ, ਤੇ ਉਹ ਜੀ ਅਖੇ ਚੜੂਨੀ ਸਾਹਿਬ ਤੁਸੀਂ ਅਖੇ ਜੀ ਹਰਿਆਣੇ ਦੇ CM ਬਣਨਾ ਚਾਹੁੰਦੇ ਹੋ। ਉਹ ਕਹਿੰਦੇ ਮੈਨੂੰ ਨਹੀਂ ਲੱਗਦਾ ਮੈਂ CM ਬਣਨਾ ਚਾਹੁੰਦਾ, ਪਰ ਜਿੱਦਾਂ ਨਾ ਉਹ ਫਿਲਮ ਸੀ ਇੱਕ ਦਿਨ ਦਾ CM ਬਣਾ ਦਿਓ ਮੈਨੂੰ ਤੇ ਮੈਂ ਦੇਖ ਲੈਣਾ, ਕਹਿੰਦੇ ਚਲਾ ਕੇ। ਤੇ ਉਹ ਬੜੀ ਹਾਸੇ ਵਾਲੀ ਗੱਲ ਸੀਗੀ ਵੀ ਆਪਣੇ ਕੋਲੋਂ ਹੀ ਅੰਦਾਜ਼ੇ ਲੋਕੀ ਲਾਈ ਜਾ ਰਹੇ ਆ। ਤੁਸੀਂ ਜਿਹੜੀ ਪਿਛਲੇ ਦਿਨਾਂ ਦੀ ਇੱਕ ਗੱਲ ਹੈ ਸੋਸ਼ਲ ਮੀਡੀਆ ਤੇ ਵੀ ਕਈ ਥਾਈਂ ਦੇਖਣ 'ਚ ਆਈ ਆ ਵੀ ਚੰਡੀਗੜ੍ਹ ਦੇ 17 ਦੇ ਪਲਾਜ਼ਾ 'ਚ ਜਿਹੜੀ ਸ਼ਾਪਿੰਗ ਕੰਪਲੈਕਸ ਆ, ਉੱਥੇ ਕੋਈ ਸਰਦਾਰ ਬਣਦਾ ਫੱਬਦਾ ਨਾ ਕਿਤੇ ਕਿਸੇ ਸ਼ੋਰੂਮ ਤੇ ਜਾਂਦਾ ਤਾਂ ਕੋਈ ਜੈਕਟ ਦੇਖਦੇ ਆ, ਉਹਦਾ ਪ੍ਰਾਈਸ ਟੈਗ ਪੜ੍ਹਦੇ ਆ, ਰੱਖ ਦਿੰਦੇ ਉੱਥੇ। ਤਾਂ ਉੱਥੇ ਕੋਈ ਮੋਨਾ ਬੰਦਾ ਹਿੰਦੂ ਜੈਂਟਲਮੈਨ, ਤਾਂ ਉਹ ਜਦੋਂ ਸਰਦਾਰ ਜੀ ਕਿਤੇ ਬਾਹਰ ਆ ਜਾਂਦੇ ਤੇ ਮਗਰ ਆ ਜਾਂਦਾ, ਮਗਰ ਆਣ ਕੇ ਬਾਂਹ ਫੜ ਲੈਂਦਾ, ਕਹਿੰਦਾ ਸਰਦਾਰ ਜੀ ਕੀ ਗੱਲ ਪਈ ਤੁਸੀਂ ਉਹ ਦੇਖੀ ਸੀ, ਮੈਨੂੰ ਲੱਗਦਾ ਵੀ ਤੁਸੀਂ ਬਹੁਤ ਘੁੰਮ ਫਿਰ ਕੇ ਉਸ ਜੈਕਟ ਨੂੰ ਹੱਥ ਲਾਇਆ ਵੀ ਉਹ ਫਿਰ ਰੱਖ ਵੀ ਆਏ ਤੁਸੀਂ। ਉਹ ਕਹਿੰਦੇ ਯਾਰ ਭਈ ਆਪਣੇ ਨਾ ਵੀ ਭਰਾ ਤਾਂ ਸਾਡੇ ਉੱਥੇ ਦਿੱਲੀ ਠਰਦੇ ਬੈਠੇ ਆ, ਤਾਂ ਮੇਰੇ ਦਿਲ 'ਚ ਇਹ ਗੱਲ ਆਈ ਆ ਵੀ ਇੰਨੀ ਮਹਿੰਗੀ ਜੈਕਟ ਲੈ ਕੇ ਕਰਨਾ ਵੀ ਕੀ ਆ। ਤਾਂ ਕਹਿੰਦੇ ਭਈ ਉਹ ਜਿਹੜਾ ਜਿੱਦਾਂ ਇਹ ਸੋਸ਼ਲ ਮੀਡੀਆ 'ਤੇ ਗੱਲ ਚੱਲ ਰਹੀ ਆ ਵੀ ਉਹ ਜਿਹੜਾ ਮੋਨਾ ਜੈਂਟਲਮੈਨ ਸੀਗਾ, ਹਿੰਦੂ ਜੈਂਟਲਮੈਨ, ਉਹਦੀਆਂ ਅੱਖਾਂ 'ਚ ਅੱਥਰੂ ਆ ਗਏ ਅਤੇ ਉਹਨੇ ਸਰਦਾਰ ਜੀ ਦੇ ਪਹਿਲਾਂ ਤਾਂ ਲਾਏ ਪੈਰੀਂ ਹੱਥ। ਉਹ ਕਹਿੰਦਾ ਵੀ ਤੁਸੀਂ ਤਾਂ ਸਾਰੇ ਦੇਸ਼ ਦੀ ਲੜਾਈ ਲੜ ਰਹੇ ਆ, ਵੀ ਤੁਹਾਡੇ ਲਈ ਆ ਇੱਕ ਜੈਕਟ ਕੀ, ਮੈਂ ਤਾਂ ਮਤਲਬ 17 ਸੈਕਟਰ ਦੇ ਸਾਰੇ ਸ਼ਾਪਿੰਗ ਮਾਲਸ ਵਾਰਦੇ ਹਾਂ ਜੀ, ਭਈ ਤੁਸੀਂ ਉਹ ਜੈਕਟ ਖਰੀਦੋ ਤਾਂ ਆਪਣਾ ਜੇਬ 'ਚੋਂ ਉਹ ਕ੍ਰੈਡਿਟ ਕਾਰਡ ਕੱਢਦਾ ਹੈਗਾ। ਤਾਂ ਤੁਸੀਂ ਦੇਖੋ ਭਈ ਲੋਕਾਂ 'ਚ ਕਿੰਨੀ ਸਤਿਕਾਰ ਦੀ ਭਾਵਨਾ ਉਪਜੀ ਹੋਈ ਆ ਇਸ ਵੇਲੇ ਇਹਨਾਂ ਕਿਰਤੀਆਂ ਪ੍ਰਤੀ। ਜੀ ਜੀ। ਤੇ ਸਰਕਾਰ ਅਜੇ ਵੀ ਮੈਂ ਨਾ ਮਾਨੂ ਦੀ ਰੱਟ ਲਾਈ ਹੋਈ ਆ। ਉਹੀ 3 ਮਤਲਬ ਜਿਹੜੇ ਆ ਗੱਲਾਂ, ਉਹੀ ਬਸ ਬਾਰ-ਬਾਰ 3 ਗੱਲਾਂ, ਉਹੀ 3 ਜਿਹੜੇ ਆ ਆਗੂ, ਉਹੀ ਮੰਤਰੀ ਅੱਗੇ ਕੀਤੇ ਹੋਏ ਆ। ਇੱਥੇ ਕੋਈ ਪੁੱਛਦਾ ਨਹੀਂ ਸੋਮ ਪ੍ਰਕਾਸ਼ ਉਹਨਾਂ ਨੂੰ, ਉੱਥੇ ਉਹ ਗੱਲਬਾਤ ਦੇ ਵਿੱਚ ਵਿਚੋਲਗੀ ਕਰ ਰਹੇ ਨੇ। ਮੰਤਰੀ ਉਹੀ 3 ਅੱਗੇ ਕੀਤੇ ਹੋ ਆ। ਜਦੋਂ ਕਿਸਾਨਾਂ ਨੇ ਕੱਲ ਸ਼ਾਮੀ ਨਾ ਕੀਤੀ ਨਾ ਵੀ ਅਸੀਂ ਤੁਹਾਡੀ ਇਹ ਜਿਹਾ ਆਫਰ ਨਹੀਂ ਮੰਨਦੇ, ਰਾਤੀ ਉਹ ਫੇਰ ਅੱਧੀ ਰਾਤ ਨੂੰ ਗ੍ਰਹਿ ਮੰਤਰੀ ਕੋਲ ਵੀ ਭੱਜੇ ਫਿਰਦੇ ਸੀ। 20 ਵਾਰੀ ਫਗਵਾੜੇ ਉਹਨਾਂ ਦਾ ਘਰ ਘੇਰ ਹਟਿਆ ਲੋਕ, ਫਗਵਾੜੇ ਕੀ ਤਾਂ ਹੁਸ਼ਿਆਰਪੁਰ ਕੀ। ਰਾਤ ਜਦੋਂ ਸਰਬਸੰਮਤੀ ਨਾਲ ਰੱਦ ਕਰ ਦਿੱਤੀਆਂ ਤਜਵੀਜ਼ਾਂ ਤੇ 10 ਵਜੇ ਨਰਿੰਦਰ ਤੋਮਰ ਹੋਰੀ ਅਮਿਤ ਸ਼ਾਹ ਦੇ ਘਰ ਤੁਰੇ ਫਿਰਦੇ ਆ। ਇਹ ਬੀਤੀ ਰਾਤ ਦੀ ਗੱਲ ਹੈ, ਮੈਨੂੰ ਪਤਾ, ਉਹੀ ਗੱਲ ਕਰਦਾ ਸੀ। ਸੋ ਇੱਕ ਤਰ੍ਹਾਂ ਨਾਲ ਤੇਜਪਾਲ ਜੀ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਵੀ ਸਰਕਾਰ ਇਸ ਵੇਲੇ ਪੂਰੀ ਤਰ੍ਹਾਂ ਜਰਕੀ ਹੋਈ ਹੈ ਜੀ, ਔਰ ਥੋੜੀ ਜਿਹੀ ਮਤਲਬ ਹੋਰ ਸੱਟ ਦੀ ਲੋੜ ਹੈਗੀ ਆ ਜੀ। ਤਾਂ ਕਿਸੇ ਨਾ ਕਿਸੇ ਸਿਰੇ ਇਹ ਮੈਨੂੰ ਲੱਗਦਾ ਸਰਕਾਰ ਨੂੰ ਲਾਉਣਾ ਪੈਣਾ ਮਸਲਾ ਜੀ। ਅੱਛਾ, ਸ਼ਿਮਲੇ 3 ਕਿਸਾਨ ਜਾਂਦੇ ਆ ਕਿਸਾਨਾਂ ਨੂੰ ਮਤਲਬ ਜਾਗਰੂਕ ਕਰਨ, ਕਿਉਂਕਿ ਸ਼ਿਮਲੇ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰਾ ਕੈਪਚਰ ਕਰ ਲਿਆ ਹੋਇਆ ਹੈ, ਵੱਡੇ ਪੂੰਜੀਪਤੀਆਂ ਨੇ, ਸੇਬਾਂ ਦਾ ਕਾਰੋਬਾਰ। ਹਾਂਜੀ। ਤੇ ਸਰਕਾਰ ਉੱਥੇ BJP ਦੀ ਆ,
ਉਹਨਾਂ ਨੇ ਉਹ ਤਿੰਨਾਂ ਤੇ FIR ਕੀਤੀ, ਉਹਨਾਂ ਤਿੰਨਾਂ ਨੂੰ ਫੜ ਕੇ ਅੰਦਰ ਕਰ ਦਿੱਤਾ, ਉਹਨਾਂ ਨਾਲ ਮਾਰਕੁੱਟ ਕੀਤੀ ਤੇ ਕਹਿੰਦੇ ਜੀ ਇਹਨਾਂ ਤੋਂ ਸਾਨੂੰ ਖਤਰਾ ਆ ਜੀ। ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਯੂਪੀ ਦੇ ਵਿੱਚੋਂ ਕਿਸਾਨਾਂ ਨਾਲ ਗੱਲਬਾਤ ਕਰਨ, ਕਿਉਂਕਿ ਯੂਪੀ ਦੇ ਵਿੱਚ ਵੀ ਇਹ 50-50 ਲੱਖ ਦਾ ਜੁਰਮਾਨਾ ਕਰ ਰਹੇ ਆ ਕਿਸਾਨਾਂ ਨੂੰ, ਬਿਲਕੁਲ ਹਨਾ ਵੀ ਭਾਈ ਤੁਸੀਂ ਜੇ ਮੋਰਚੇ 'ਚ ਗਏ ਤੁਹਾਨੂੰ 50 ਲੱਖ ਰੁਪਈਆ ਦੇਣਾ ਪਊਗਾ। ਉਹ ਉੱਥੇ ਗਏ, ਉੱਤਰਾਖੰਡ ਦਵੱਲੀ, ਹਾਂਜੀ ਉਹ ਉੱਥੇ ਗਏ ਤਾਂ ਉੱਥੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਹਾਂਜੀ, ਸੋ ਦੇਖੋ ਇਹ ਸਰਕਾਰ ਦੀਆਂ ਨਾ ਜਿਹਨੂੰ ਕਹਿੰਦਾ ਹੁੰਦੇ ਆ ਵੀ ਡੈਸਪੀਰੇਟਲੀ ਕੰਮ ਕਰ ਰਹੀ ਆ ਸਰਕਾਰ, ਜਾਣੀ ਕਿ ਉਹਨੂੰ ਕੋਈ ਸੁੱਝ ਨਹੀਂ ਰਿਹਾ ਇਸ ਵੇਲੇ ਸਰਕਾਰ ਨੂੰ ਕੀ ਕਰਨਾ। ਔਰ ਤੁਸੀਂ ਦੇਖੋ ਭਈ ਪੰਜਾਬ ਦੇ ਵਿੱਚ ਕਾਰੋਬਾਰ ਠੱਪ ਪਏ ਆ, ਬਿਲਕੁਲ ਠੀਕ ਆ। ਅੰਬਾਨੀਆਂ ਅਡਾਨੀਆਂ ਦੇ ਉਹਨਾਂ ਦਾ ਵੀ ਇਹਨਾਂ ਤੇ ਦਬਾਅ ਆ, ਇਹਨਾਂ ਤੇ ਸਰਕਾਰ ਤੇ ਇਕੱਲਾ ਮਤਲਬ ਬਾਹਰੋਂ ਹੀ ਦਬਾਅ ਨਹੀਂ, ਸਰਕਾਰ ਤੇ ਅੰਦਰੂਨੀ ਦਬਾਅ ਵੀ ਆ, ਬਿਲਕੁਲ। ਕਿਉਂਕਿ ਇਸ ਵੇਲੇ ਜਿੱਦਾਂ ਭਾਜਪਾ ਦੀ ਜੋ ਹਾਲਤ ਪਤਲੀ ਹੋ ਗਈ ਆ ਦੇਸ਼ ਵਿੱਚ ਤੇ ਆਪਣੇ ਸੂਬਿਆਂ ਦੇ ਵਿੱਚ, ਉੱਤਰੀ ਖਿੱਤੇ ਦੇ ਵਿੱਚ ਖਾਸ ਕਰਕੇ ਦੇਸ਼ ਤੇ, ਉਹ ਇਹ ਸਭ ਕੁਛ ਦਾ ਜਿਹੜਾ ਪ੍ਰਗਟਾਵਾ ਆ ਉਹ ਇਹੋ ਜਿਹੇ ਕਾਰਜਾਂ ਚੋਂ ਮਿਲ ਰਿਹਾ ਜੀ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਖਬਰ ਵੱਲ। ਸੱਤੀ ਸਾਹਿਬ, ਦਿਹਾਤੀ ਵਿਕਾਸ ਫੰਡ ਜੀ ਰੋਕਿਆ ਹੋਇਆ ਸੀ ਸੈਂਟਰ ਗਵਰਨਮੈਂਟ ਨੇ ਪੰਜਾਬ ਦਾ, ਖਾਸ ਕਰਕੇ ਜੀ। ਲੋਕੀ ਤਾਂ ਇਹ ਕਹਿੰਦੇ ਸੀ ਵੀ ਇਹ ਅੰਦੋਲਨ ਕਰਕੇ ਇਹਨਾਂ ਨੇ ਰੋਕ ਦਿੱਤਾ ਵੀ ਪੰਜਾਬ ਨੂੰ ਸਜ਼ਾ ਦੇਣੀ, ਜਿੱਦਾਂ ਇਹਨਾਂ ਨੇ ਟ੍ਰੇਨਾਂ ਰੋਕੀਆਂ ਕਿੰਨੀ ਦੇਰ ਨਹੀਂ ਟ੍ਰੇਨਸ ਰੋਕ ਰੱਖੀਆਂ ਪੰਜਾਬ ਦੀਆਂ। ਉਹ ਕਹਿੰਦੇ ਇਸ਼ੂ ਵੀ ਕੀਤਾ ਤੇ ਉਹੀ ਪਈ ਬੱਕਰੀ ਦੇ ਦੁੱਧ ਵਾਲੀ ਗੱਲ ਕੀਤੀ ਹੈ। ਇੱਦਾਂ ਆ ਪਈ 1200 ਕਰੋੜ ਰੁਪਈਆ ਜਿਹੜਾ ਆ ਵਿਕਾਸ ਫੰਡ, ਪੇਂਡੂ ਵਿਕਾਸ ਫੰਡ ਕੇਂਦਰ ਸਰਕਾਰ ਨੇ ਰੋਕਿਆ ਸਾਡਾ ਪਹਿਲਾਂ ਹੀ ਪੰਜਾਬ ਦਾ। ਔਰ ਉਹਦੇ ਵਿੱਚੋਂ ਜਿਹੜਾ ਹੈਗਾ ਆ ਉਹ ਕਿਉਂ ਰੋਕਿਆ? 60 ਸਾਲ ਤੋਂ, ਇਹ 60 ਸਾਲਾਂ 'ਚ ਪਹਿਲੀ ਵਾਰੀ ਹੋਇਆ ਵੀ ਕੇਂਦਰ ਨੇ ਕਿਸੇ ਸੂਬੇ ਦਾ ਵਿਕਾਸ ਫੰਡ ਰੋਕਿਆ ਹੋਵੇ। ਬਿਲਕੁਲ। ਫਿਰ ਹੁਣ ਜੇ ਉਹ 3% ਦਿੱਤਾ ਜਾਂਦਾ ਸੀ, ਉਹਨੂੰ 2% ਸਿੱਧਾ ਹੀ ਘਟਾਤਾ। ਉਹਦਾ ਮਤਲਬ ਆ ਵੀ 800 ਕਰੋੜ ਰੁਪਈਆ ਸੂਬਾ ਸਰਕਾਰ ਨੂੰ ਆਪਣੇ ਕੋਲੋਂ ਬਿਲਕੁਲ ਪਾਉਣਾ ਪਊਗਾ ਜਾਂ ਘਾਟਾ ਪਾਊਗਾ। ਠੀਕ ਹੈ। ਸੋ ਕੱਲ੍ਹ ਮਨਪ੍ਰੀਤ ਬਾਦਲ ਹੋਰੀ ਕਿਹਾ ਭਈ ਇਹ ਸਾਰਾ ਕੁਝ ਅੰਦੋਲਨ ਕਰਕੇ ਸੂਬੇ ਨੂੰ ਸਜ਼ਾ ਦੇ ਰਹੀ ਆ, ਕਿਉਂਕਿ ਸੂਬਾ ਸਰਕਾਰ ਵੀ ਅੰਦੋਲਨ ਦੀ ਹਮਾਇਤ ਕਰ ਰਹੀ ਆ। ਬਿਲਕੁਲ। ਤੇ ਇਸ ਕਰਕੇ ਸਾਨੂੰ ਕਾਨੂੰਨੀ ਚਾਰਾਜੋਈ ਕਰਨੀ ਪੈਣੀ ਆ, ਉੱਦਾਂ ਸਰਕਾਰ ਨੇ ਲੀ ਤੇ ਨਹੀਂ ਆਉਣਾ। ਇਹ ਉਹ ਸਰਕਾਰ ਹੈ ਜਿਹੜੀ ਕਿ ਮਤਲਬ ਵਿਕਾਸ 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 ਕੂਕਦੀ ਇੱਥੇ ਤੱਕ ਪਹੁੰਚੀ, ਇੱਥੇ ਤੱਕ ਆਈ ਆ। ਸੋ ਇਸ ਕਰਕੇ ਬਾਕੀ ਸੂਬਿਆਂ ਨੂੰ ਜਿੱਥੇ ਭਾਜਪਾ ਸ਼ਾਸਤ ਮਤਲਬ ਸਰਕਾਰਾਂ ਮਤਲਬ ਸੂਬੇ ਨੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਆ, ਉੱਥੇ ਦਿਲ ਖੋਲ੍ਹ ਕੇ ਇਹੀ ਫੰਡ ਦਿੱਤਾ ਜਾ ਰਿਹਾ। ਪੰਜਾਬ ਦਾ ਪਹਿਲਾਂ ਰੋਕ ਛੱਡਿਆ, ਜੇ ਹੁਣ ਰੋਕਿਆ ਰਿਲੀਜ਼ ਕਰ ਰਹੇ ਆ ਤਾਂ ਉਹ 3% ਤੋਂ ਸਿੱਧਾ 1% ਤੇ ਲਿਆਣ ਕੇ ਕਰ ਰਹੇ ਆ। ਸੋ ਇਹ ਸੂਬੇ ਦੇ ਵਿਕਾਸ ਕਾਰਜਾਂ 'ਚ ਅੜਿੱਕਾ ਡਾਉਣ ਤੋਂ ਇਲਾਵਾ ਤਾਂ ਮੈਂ ਉਹਨੂੰ ਕਿਸੇ ਹੋਰ ਰੂਪ 'ਚ ਦੇਖਦਾ ਨਹੀਂ। ਠੀਕ ਹੈ। ਅੱਛਾ, ਕੱਲ ਆਪਣੇ ਜਿਹੜਾ ਇੱਕ ਤੁਹਾਨੂੰ ਪਤਾ ਵੀ ਹਾਈਵੇ ਨਵਾਂ ਫ੍ਰੀਵੇ ਬਣ ਜਾ ਰਿਹਾ, ਹਾਂਜੀ ਦਿੱਲੀ ਕਟੜਾ ਜੀ, ਉਹਦੇ ਕਹਿੰਦੇ ਕਪੂਰਥਲੇ ਕੱਲ ਕੋਈ ਮੀਟਿੰਗ ਸੀਗੀ, ਉਹਦੇ ਵਿੱਚ ਬੜੀ ਗਹਿਮਾ ਗਹਿਮੀ ਹੋ ਗਈ ਕਿਸਾਨਾਂ ਦੇ ਤੇ ਔਰ ਇਹਨਾਂ ਦੇ ਡਿਪਟੀ ਕਮਿਸ਼ਨਰ ਔਰ ਉਹਦੇ ਵਿੱਚ ਕੁਝ ਦੇਖੋ ਉਹ ਇੱਦਾਂ ਸੀਗਾ ਵੀ ਜਿਹੜਾ ਜਮਨਾ ਮਤਲਬ ਜਾਮਨਗਰ ਗੁਜਰਾਤ 'ਚੋਂ ਦਿੱਲੀ ਤੇ ਦਿੱਲੀ ਤੋਂ ਕਟੜਾ ਐਕਸਪ੍ਰੈਸ ਵੇ ਬਣ ਰਿਹਾ ਬਾਇਆ ਅੰਮ੍ਰਿਤਸਰ ਜੀ। ਉਹਦੇ ਵਿੱਚ ਦੁਆਬਾ ਖੇਤਰ ਜਿਹੜਾ ਆ ਪੰਜਾਬ ਨਕੋਦਰ ਲਾਗੇ ਦੀ ਲੰਘਣਾ, ਹਾਂ ਨਕੋਦਰ ਲਾਗੇ ਦੀ ਕਹਿ ਲਓ ਵੀ ਆਪਣਾ ਦੁਆਬੇ ਦਾ ਖਿੱਤਾ ਲਾ ਲਓ ਵੀ ਹੁਣ ਨਵਾਂ ਸ਼ਹਿਰ ਜ਼ਿਲ੍ਹਾ ਇੱਕ ਬਣ ਗਿਆ, 4 ਜ਼ਿਲ੍ਹੇ ਨਵਾਂ ਸ਼ਹਿਰ, ਕਪੂਰਥਲਾ, ਤਾਂ ਜਲੰਧਰ ਤੇ ਹੁਸ਼ਿਆਰਪੁਰ ਕਹਿ ਲਓ। ਪਰ ਉਹ ਥੋੜ੍ਹਾ ਜਿਹੜੇ ਕਪੂਰਥਲਾ ਜ਼ਿਲ੍ਹਿਆਂ ਦੇ ਕੋਲ ਦੀ ਲੰਘ ਰਿਹਾ, ਕਪੂਰਥਲੇ ਦੇ ਵਿੱਚ ਹੀ, ਤਾਂ 68 ਕਿਲੋਮੀਟਰ ਦੁਆਬੇ ਦਾ ਖੇਤਰ ਉਹਦੇ ਵਿੱਚ ਆਉਂਦਾ ਹੈਗਾ। ਅੱਛਾ ਜੀ। ਔਰ ਉਹ ਜਿਹੜਾ ਹਾਈਵੇ ਆ 15 ਫੁੱਟ ਸੜਕ ਜਿਹੜੀ ਆ ਐਲੀਵੇਟ ਕਰਕੇ ਬਣਾਈ ਜਾ ਰਹੀ ਆ ਜ਼ਮੀਨ ਤੋਂ। ਕੱਲ੍ਹ ਸੁਲਤਾਨਪੁਰ ਲੋਧੀ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਵਿੱਚ ਮੀਟਿੰਗ ਸੀਗੀ ਐਡਮਿਨਿਸਟ੍ਰੇਸ਼ਨ ਦੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੀ। ਕਪੂਰਥਲੇ ਵੱਲੋਂ ਰਾਹੁਲ ਚਾਬਾ ਜਿਹੜੇ ADC ਜਨਰਲ ਨੇ ਉਹ ਸ਼ਾਮਲ ਸੀਗੇ। ਤਾਂ ਉੱਥੇ ਪ੍ਰਭਦਿਆਲ ਸਿੰਘ ਸੈਦਪੁਰ ਜਿਹੜੇ ਇਹਦੇ ਵਿਰੋਧ ਕਰ ਰਹੇ ਆ, ਸੰਘਰਸ਼ ਕਮੇਟੀ ਆ ਹਾਈਵੇ ਦੇ ਖਿਲਾਫ,
ਉਹ ਆਪਣੇ ਕਿਸਾਨਾਂ ਦੇ ਨਾਲ ਗਏ ਹੋਏ ਸੀ ਗੱਲਬਾਤ ਕਰਨ ਦੇ ਲਈ। ਕਿਸਾਨਾਂ ਦੀਆਂ ਜਿਹੜੀਆਂ ਤਲਖੀਆਂ ਸੀ ਉਹ ਦੂਰ ਜਾਂ ਜੋ ਵੀ ਆ ਵੀ ਉੱਥੇ ਜਦੋਂ ਕਿਸਾਨਾਂ ਨੇ ਸਵਾਲ ਕੀਤੇ ਨਾ ਵੀ ਭਾਈ ਜਦੋਂ ਉਹ ਐਲੀਵੇਸ਼ਨ ਹੋਊਗੀ ਤਾਂ ਪਾਣੀ ਕਿੱਧਰ ਜਾਊਗਾ, ਠੀਕ ਆ, ਜਾਂ ਜਿਹੜੇ ਹੋਰ ਸਵਾਲ ਸੀ ਮੋਟੇ ਤੌਰ 'ਤੇ ਤਾਂ ਇਹ ਸੀ ਵੀ ਮੀਂਹ ਦਾ ਪਾਣੀ ਕਿੱਧਰ ਜਾਊਗਾ, ਹੋਰ ਸਵਾਲ ਸੀ ਉਹਨਾਂ ਦੇ। ਫਿਰ ਕਿਸਾਨਾਂ ਨੇ ਕਿਹਾ ਵੀ ਅਜੇ ਤੱਕ ਮਤਲਬ ਨੈਸ਼ਨਲ ਹਾਈਵੇ ਅਥਾਰਟੀ ਨੇ ਜਾਂ ਪ੍ਰਸ਼ਾਸਨ ਨੇ ਨਾ ਤਾਂ ਕੋਈ ਮੁਆਵਜ਼ੇ ਦੀ ਮਤਲਬ ਨੀਤੀ ਬਣਾਈ ਤੇ ਕਿਸਾਨਾਂ ਨੂੰ ਦੇਣਾ ਕੀ ਆ, ਬਿਲਕੁਲ ਚੁੱਪ ਕਰਕੇ ਬੁਰਜੀਆਂ ਲਾਤੀਆਂ ਔਰ ਉਹ ਮੀਟਿੰਗ ਦਾ ਬਾਈਕਾਟ ਕੀਤਾ ਕੱਲ੍ਹ ਕਿਸਾਨਾਂ ਨੇ, ਨਾਅਰੇਬਾਜ਼ੀ ਕੀਤੀ ਆ। ਤੇ ਪ੍ਰਭਦਿਆਲ ਸਿੰਘ ਸੈਦਪੁਰੀ ਹੁਣੀ ਫਿਰ ਕਿਹਾ ਵੀ ਸਾਨੂੰ ਇਹ ਮਨਜ਼ੂਰ ਨਹੀਂ, ਤਾਂ ਮੀਟਿੰਗ 'ਚੋਂ ਉਹ ਵਾਕਆਊਟ ਕਰਕੇ ਆ ਗਿਆ ਜੀ। ਤੇ ਅਧਿਕਾਰੀਆਂ ਨੂੰ ਕਿਸਾਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਆਉੜਿਆ, ਠੀਕ ਹੈ, ਚਾਹੇ ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਹੋਣ, ਚਾਹੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀ, ਤੇ ਚਾਹੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਪੂਰਥਲਾ ਦੇ। ਮਤਲਬ ਧੱਕਾ ਹੀ ਹੋ ਗਿਆ, ਉਹਦੀ ਪਾਲਿਸੀ ਕੋਈ ਨਹੀਂ, ਧੱਕਾ ਹੀ ਹੈ, ਧੱਕਾ ਜੀ। ਅੱਛਾ, ਦੂਜੇ ਪਾਸੇ ਵੀ ਇੱਕ ਚੱਲੀਏ ਅਮਰੀਕਾ ਨੂੰ ਜ਼ਰਾ ਜੀ, ਹੈ ਉਹ ਕਹਿੰਦੇ ਵੀ ਟਰੰਪ ਸਾਹਿਬ ਜਾਂਦੇ ਹੋਏ ਮਤਲਬ ਕਿਸੇ ਨੂੰ ਬਾਏ ਬਾਏ ਕਰਕੇ ਹੀ ਨਹੀਂ ਗਏ, ਉਹ ਚੁੱਪ ਚਪੀਤੇ ਸਵੇਰੇ ਅਰਲੀ ਮਾਰਨਿੰਗ ਕਹਿੰਦੇ ਨਿਕਲ ਗਏ। ਪਹਿਲੀ ਗੱਲ ਤੇ ਆ ਵੀ ਪਹਿਲੀ ਵਾਰੀ ਇਤਿਹਾਸ 'ਚ ਹੋ ਰਿਹਾ ਅਮਰੀਕਾ ਦੀ ਵੀ ਆਊਟਗੋਇੰਗ ਜਿਹੜਾ ਰਾਸ਼ਟਰਪਤੀ ਆ ਉਹ ਨਵੇਂ ਸਹੁੰ ਚੁੱਕ ਜਿਹੜਾ ਸਮਾਗਮ ਦੇ ਵਿੱਚ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੀ ਨਾ ਹੋਵੇ। ਫਿਰ ਧਮਕੀ ਜਿਹੀ ਵੀ ਦੇ ਗਿਆ ਵੀ ਮੈਂ ਆਵਾਂਗਾ ਕਿਸੇ ਹੋਰ ਰੂਪ 'ਚ ਆਵਾਂਗਾ। ਸੋ ਇਹਨੂੰ ਧਮਕੀ ਹੀ ਸਮਝਿਆ ਜਾਂਦਾ ਹੈਗਾ। ਤੇ ਉਹ ਜਿਹੜੇ ਸਿਰਫਿਰੇ ਆ ਉਹਨਾਂ ਵਰਗੇ ਵੀ ਉਹਨਾਂ ਨੂੰ ਇਕੱਠੇ ਕਰਕੇ ਕੋਈ ਪਤਾ ਨਹੀਂ ਕੱਲ੍ਹ ਨੂੰ ਕੀ ਕਰਨਾ, ਹੈ ਨਾ। ਪਰ ਬਹੁਤ ਸਮੂਥਲੀ ਸਾਰਾ ਕੁਝ ਹੋ ਗਿਆ ਤੇ ਇੰਨਾ ਸੌਖਾ ਨਹੀਂ ਹੁੰਦਾ ਚੁਣੀ ਹੋਈ ਸਰਕਾਰ ਨੂੰ ਲਾਉਣਾ ਤੇ ਵਿਘਨ ਪਾਉਣੇ, ਕਿਉਂਕਿ ਹੁਣ ਸਾਰੀਆਂ ਤਾਕਤਾਂ ਉਹਨਾਂ ਦੇ ਹੱਥ ਹੈਗੀਆਂ। ਬਿਲਕੁਲ। ਦੂਸਰਾ ਇਹ ਆ ਵੀ ਉਹਨਾਂ ਨੇ ਨਾ ਆਉਂਦਿਆਂ ਹੀ ਟਰੰਪ ਦੇ ਬਹੁਤ ਸਾਰੇ ਫੈਸਲੇ ਬਦਲਤੇ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਇਮੀਗ੍ਰੇਸ਼ਨ ਸੁਧਾਰ ਬਿੱਲ ਜਿਹੜਾ ਹੈ ਉਹ ਸੈਨੇਟ ਨੂੰ ਭੇਜ ਦਿੱਤਾ ਜੀ। ਇਹ ਬੜੀ ਵੱਡੀ ਗੱਲ ਆ। ਉਹਦੇ ਵਿੱਚ ਜਿਹੜੇ IT ਪ੍ਰੋਫੈਸ਼ਨਲਸ ਨੇ, ਖਾਸ ਕਰਕੇ ਭਾਰਤ ਦੇ, ਤੁਸੀਂ ਦੇਖੋ ਕਿੰਨੇ ਵਰੇ ਉੱਥੇ ਲੋਕ ਕੰਮ ਕਰਦੇ ਆ, ਪਰ ਉਹ ਸਥਾਈ ਨਾਗਰਿਕਤਾ, ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸ ਨਹੀਂ ਮਿਲਦਾ, ਉਹਨਾਂ ਨੂੰ ਗ੍ਰੀਨ ਕਾਰਡ ਵੀ ਨਹੀਂ ਮਿਲਦਾ, ਔਰ ਉਹ ਤੋਂ ਜਿਹੜੀ ਨਾਗਰਿਕਤਾ ਆ, ਸਿਟੀਜ਼ਨਸ਼ਿਪ, ਉਹ ਤਾਂ ਬਾਅਦ ਦੀਆਂ ਗੱਲਾਂ ਹੈਗੀਆਂ। ਸੋ ਉਹਦੇ ਤੇ ਛੇਤੀ ਅਮਲ ਹੋਣ ਦੀ ਸੰਭਾਵਨਾ ਹੈਗੀ ਆ। ਦੂਸਰਾ ਆ ਵੀ ਵਾਤਾਵਰਨ ਤਬਦੀਲੀ ਸੰਬੰਧੀ ਜਿਹੜਾ ਪੈਰਿਸ ਕਰਾਰ ਸੀਗਾ ਉਹਦੇ ਚੋਂ ਟਰੰਪ ਸਾਹਿਬ ਬਾਹਰ ਆ ਗਏ ਸੀਗੇ। ਉਹਦੇ ਵਿੱਚ ਜਾਣੀ ਕਿ ਮੁੜ ਕੇ ਸ਼ਾਮਲ ਹੋਣ ਵੱਲ ਨੂੰ ਤੁਰ ਪਏ। ਇਹ ਪਿੱਛੇ ਜੇ ਕਰੋਨਾ ਦੇ ਟਾਈਮ ਤੇ WHO ਚੋਂ ਵੀ ਬਾਹਰ ਆਏ ਸੀਗੇ। ਉਹ ਵਿਸ਼ਵ ਸਿਹਤ ਸੰਸਥਾ ਚੋਂ ਅਮਰੀਕਾ ਦਾ ਜਿਹੜਾ ਲਾਂਭੇ ਹੋਣਾ ਸੀਗਾ ਉਹਦੇ ਅਮਲ ਤੇ ਵੀ ਹੁਣ ਰੋਕ ਲੱਗੂਗੀ। ਠੀਕ ਆ। ਫਿਰ ਤੁਸੀਂ ਦੇਖੋ ਕਹਿੰਦੇ ਵੀ ਮੈਕਸੀਕੋ ਵਾਲੇ ਪਾਸੇ ਤੋਂ ਕੰਧ ਬਣਾਉਣ ਡਏ ਸੀਗੇ, ਉਹ ਫੌਰੀ ਤੌਰ ਤੇ ਕੰਧ ਬਣਾਉਣ ਦਾ ਕੰਮ ਮਨਸੂਖ ਕਰ ਦਿੱਤਾ ਹੈਗਾ, ਹੈ ਨਾ ਜੀ। ਸੋ ਉਹ ਤੋਂ ਵੀ ਵੱਡੀ ਗੱਲ ਪਈ ਜਿਹੜਾ ਸਕੂਲਾਂ 'ਚ ਨਾ ਦੇਸ਼ ਭਗਤੀ ਦੇ ਮਤਲਬ ਪ੍ਰਚਾਰ ਪ੍ਰਸਾਰ ਦੀ ਸਿੱਖਿਆ ਜਿਹੜੀ ਆ ਉਹ ਦੇਣੀ ਸ਼ੁਰੂ ਕਰਨੀ ਸੀਗੀ। ਠੀਕ ਆ, ਰਾਈਟ। ਤਾਂ ਉਹ ਜਿਹੜੀ ਮਤਲਬ ਇੱਦਾਂ ਦੀ ਰਿਪੋਰਟ ਸੀਗੀ ਉਹ ਵੀ ਬਾਈਡਨ ਹੋਰੀ ਜਿਹੜਾ ਆ ਉਹ ਮਨਸੂਖ ਕਰ ਦਿੱਤੀ ਹੈਗੀ ਆ। ਉਹ ਜ਼ਿਆਦਾ ਵੱਡੀ ਗੱਲ ਆ। ਠੀਕ ਆ। ਮੈਂ ਉਹਨੂੰ ਥੋੜ੍ਹਾ ਜਿਹਾ ਹਿੰਦੁਸਤਾਨ ਨਾਲ ਜੋੜ ਕੇ ਵੀ ਦੇਖਣਾ ਚਾਹੁੰਦਾ, ਆਪਣੇ ਭਾਰਤ ਨਾਲ, ਵੀ ਭਾਰਤ ਵਿੱਚ RSS ਦਾ ਪਾਠਕ੍ਰਮ ਜਿਹੜਾ ਆ ਉਹ ਲੁਕਵੇਂ ਛਿਪਵੇਂ ਤੇ ਜ਼ਾਹਰਾ ਢੰਗ ਦੇ ਨਾਲ, ਕਿਤੇ ਜ਼ਾਹਰਾ ਢੰਗ ਨਾਲ, ਕਿਤੇ ਲੁਕਵੇਂ ਢੰਗ ਦੇ ਨਾਲ ਉਹ ਲਾਗੂ ਕੀਤਾ ਜਾ ਰਿਹਾ। UP ਵਰਗਾ ਰਾਜ, ਉੱਥੇ ਸਕੂਲਾਂ ਦਾ ਰੰਗ ਉਹ ਭਗਵਾਂ ਕਰਵਾ ਰਹੇ ਆ ਜੀ। ਸੋ ਉਹ ਜਿਹੜੀ ਮਤਲਬ ਉਹਦੇ ਨਾਂ ਤੇ ਉੱਥੇ ਇੱਦਾਂ ਅਮਰੀਕਾ 'ਚ ਹੁਣ ਹੋਣ ਲੱਗਾ ਸੀਗਾ ਵਾਈਟ ਸੁਪਰੀਮੇਸੀ, ਠੀਕ ਆ, ਚਿੱਟਿਆਂ ਦੀ ਗੋਰਿਆਂ ਦੀ ਸੁਪਰੀਮੇਸੀ। ਉਹ ਕਹਿੰਦੇ ਉਹ ਜਿਹੜਾ ਮਤਲਬ ਦੇਸ਼ ਭਗਤੀ ਹੈ ਨਾ, ਸਾਨੂੰ ਉਹਦੀ ਲੋੜ ਨਹੀਂ, ਪਹਿਲਾਂ ਹੀ ਅਮਰੀਕਨ ਬਹੁਤ ਦੇਸ਼ ਭਗਤ ਆ, ਤੇ ਉਹਦੇ ਪ੍ਰਚਾਰ ਪ੍ਰਸਾਰ ਤੇ ਵੀ ਉਹਨਾਂ ਨੇ ਰੋਕ ਲਾਈ ਹੈਗੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ, ਇਹ 4-5 ਬਹੁਤ ਵੱਡੀਆਂ ਗੱਲਾਂ ਨੇ। ਤੁਸੀਂ ਦੇਖੋ ਇਮੀਗ੍ਰੇਸ਼ਨ ਨੀਤੀ ਹੋ ਗਈ, ਮੈਕਸੀਕੋ ਵਾਲ ਹੋ ਗਈ, WHO ਹੋ ਗਈ, ਔਰ ਜਿਹੜਾ ਪੈਰਿਸ ਐਨਵਾਇਰਨਮੈਂਟ ਵਾਲਾ ਸਮਝੌਤਾ ਆ, ਇਹਨਾਂ ਸਾਰਿਆਂ ਦੇ ਨਾਲ ਉਹ ਮੁੜ ਕੇ ਜੁੜਨਗੇ। ਫਿਰ ਵੱਡੀ ਗੱਲ ਵੀ ਮੁਸਲਿਮ ਦੇਸ਼ਾਂ ਤੇ ਪਾਬੰਦੀ ਲਾਤੀ ਸੀ ਜੀ ਉਹਨਾਂ ਦੀ ਟਰੈਵਲ ਕਰਨ ਤੇ, ਉਹ ਵੀ ਇਹਨਾਂ ਨੇ ਹਟਾ ਦਿੱਤੀ ਆ। ਠੀਕ ਹੈ। ਸੋ ਬਾਈਡਨ ਸਾਹਿਬ ਕਹਿੰਦੇ ਹੁੰਦੇ ਆ ਵੀ ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਨੇ, ਤੇ ਵੈਲ ਬਿਗਨ ਇਜ਼ ਹਾਫ ਡਨ। ਬਿਲਕੁਲ। ਸੋ ਸ਼ੁਰੂਆਤ ਤਾਂ ਬਹੁਤ ਸ਼ਾਨਦਾਰ ਢੰਗ ਦੇ ਨਾਲ ਜਿਹੜੀ ਹੈਗੀ ਆ ਉਹ ਹੋਈ ਆ। ਔਰ ਦੂਸਰਾ ਇਹ ਆ ਵੀ ਵਿਨੇ ਰੈਡੀ ਜਿਹੜੇ ਆ ਨਾ, ਉਹ ਤੇਲੰਗਾਨਾ ਦੇ ਆ,
ਤੇਲੰਗਾਨਾ ਆਪਣਾ ਨਵਾਂ ਸੂਬਾ ਬਣਿਆ ਬਿਲਕੁਲ ਜੀ। ਆਂਧਰਾ ਚੋਂ ਕੁਝ ਕੱਟ ਕੇ ਉਹਨਾਂ ਨੇ ਉਹਦਾ ਪ੍ਰਧਾਨਗੀ ਭਾਸ਼ਣ ਜਿਹੜਾ ਉਹਨਾਂ ਨੇ ਜਿਹੜਾ ਸਹੁੰ ਚੁੱਕ ਸਮਾਗਮ ਵੇਲੇ ਦਿੱਤਾ ਨਾ, ਉਹ ਰੈਡੀ ਨੇ ਲਿਖਿਆ ਸੀਗਾ। ਉਹਦੀ ਚਾਰੇ ਪਾਸੇ ਸ਼ਲਾਘਾ ਹੁੰਦੀ ਆ। ਉਹਨੇ ਅਸਲ 'ਚ ਕਿਹਾ ਸੀਗਾ ਵੀ ਆਹ ਜਿਹੜਾ ਚੁਣੌਤੀਪੂਰਨ ਸਮੇਂ ਆ ਨਾ, ਇੱਥੇ ਮਤਲਬ ਸਾਨੂੰ ਜਮਹੂਰੀਅਤ, ਏਕੇ ਤਾਂ ਆਸ ਦੀ ਮਹੱਤਤਾ ਤੇ ਜ਼ੋਰ ਦੇਣ ਦੀ ਲੋੜ ਹੈਗੀ ਹੈ। ਤੇ ਰੈਡੀ ਦੇ ਭਾਸ਼ਣ ਦੀ ਸ਼ਲਾਘਾ ਹੋ ਰਹੀ ਆ ਜੀ। ਟੌਪ ਐਡਮਿਨਿਸਟ੍ਰੇਸ਼ਨ 'ਚ 20 ਬੰਦੇ ਜਿਹੜੇ ਆ ਉਹ ਭਾਰਤੀ ਜਿਹੜੇ ਆ ਉਹ ਸ਼ਾਮਲ ਕੀਤੇ ਜਾਂਦੇ ਆ। ਬਿਲਕੁਲ। ਸੋ ਇਸ ਕਰਕੇ ਸਾਨੂੰ ਇਹ ਸਾਡੇ ਲਈ ਭਾਰਤੀਆਂ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਵੀ ਹੈਗੀ ਆ। ਠੀਕ ਹੈ ਜੀ। ਅੱਛਾ, ਹੁਣ ਆ ਜੀ ਆਪਾਂ ਇੱਧਰ ਭਾਰਤ 'ਚ ਜੀ, ਉੱਥੇ ਤਾਂ ਹੋ ਰਹੀ ਸ਼ਲਾਘਾ, ਇੱਥੇ ਇੱਕ ਨਾ ਐਂਕਰ, ਟੀਵੀ ਐਂਕਰ ਆਪਣੇ ਆਪ ਨੂੰ ਜਰਨਲਿਸਟ ਕਹਾਉਂਦਾ, ਜਿਹੜਾ ਮੈਨੂੰ ਤਾਂ ਕਦੇ ਜਰਨਲਿਸਟ ਉਹ ਲੱਗਾ ਨਹੀਂ ਜੀ। ਉਹ ਬੜਾ ਮਤਲਬ ਸਮਝ ਲਓ ਵੀ ਸਰਕਸ ਹੁੰਦਾ, ਪ੍ਰੋਗਰਾਮ ਕਾਹਦਾ ਹੁੰਦਾ, ਪੁੱਛਤਾ ਹੈ ਭਾਰਤ ਕਰਕੇ ਲੋਕਾਂ ਦੀਆਂ ਨਾਸਾਂ 'ਚ ਦਮ ਕਰ ਦਿੰਦਾ ਉਹ। ਤੇ ਹਰ ਵੇਲੇ ਇੱਕੋ ਹੀ ਏਜੰਡਾ ਹੁੰਦਾ ਉਹਦਾ, ਹਿੰਦੂਇਜ਼ਮ, ਹਿੰਦੂਤਵਾ ਜਿਹਨੂੰ ਕਹਿੰਦੇ ਆ, ਤੇ ਜਾਂ ਉਹ ਜਿਹੜਾ ਹਾਈਪਰ ਨੈਸ਼ਨਲਿਜ਼ਮ ਅੱਜ ਕੱਲ੍ਹ ਚੱਲਿਆ ਹੋਇਆ ਨਾ ਇੰਡੀਆ 'ਚ, ਵੀ ਬਿਨਾਂ ਗੱਲ ਤੋਂ ਦੂਜੇ ਦੀਆਂ ਨਾਸਾਂ 'ਚ ਕਹਿਣਾ ਤੂੰ ਦੇਸ਼ ਧਰੋਈ ਆ, ਮੈਂ ਦੇਸ਼ ਭਗਤ ਹਾਂ, ਹਾਲਾਂਕਿ ਹੈ ਸਾਰੇ ਚੋਰ ਨੇ ਜੀ। ਉਹ ਬੰਦੇ ਦੀ WhatsApp ਚੈਟ ਲੀਕ ਹੋਈ ਆ ਅਰਨਬ ਗੋਸਵਾਮੀ ਦੀ, ਤੇ ਉਹਨੇ ਜਿਹੜੇ ਖੁਲਾਸੇ ਕੀਤੇ ਆ ਨਾ, ਜੇ ਚੱਜ ਨਾਲ ਸਾਡੀਆਂ ਏਜੰਸੀਆਂ ਕੰਮ ਕਰਦੀਆਂ ਹੋਣ ਤੇ ਉਹਦੇ ਚੋਂ ਮੇਰੇ ਖਿਆਲ ਕਾਫੀ ਲੋਕ ਜਿਹੜੇ ਆ ਬੜੇ ਅਹੁਦਿਆਂ ਤੇ ਬੈਠੇ ਆ ਉਹ ਫਸ ਸਕਦੇ ਆ। ਦੇਖੋ, ਪਹਿਲੀ ਗੱਲ ਤੇ ਆ ਵੀ ਪ੍ਰਣਬ ਹੋਰੀ ਨਾ ਪਿਛਲੇ ਕਾਫੀ ਅਰਸੇ ਤੋਂ ਮੋਦੀ ਸਰਕਾਰ ਦੇ ਤੁੱਤੂ ਬਣ ਕੇ ਵਿਚਰਦੇ ਸੀਗੇ। ਬਿਲਕੁਲ। ਆਪਣੇ ਚੈਨਲ ਤੋਂ, ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਬਹੁਤ ਜ਼ੋਰ ਲਾ ਕੇ ਗੱਲ ਕਰਦੇ ਸੀਗੇ। ਫਿਰ ਪਿੱਛੇ ਜਿਹੇ ਜਿਹੜਾ ਆ 1-2 ਸੁਸਾਈਡ ਕੇਸਿਸ ਦਾ ਵੀ ਉਹਨਾਂ ਸਿਰ ਜੰਮਾ ਪਿਆ, ਤਾਂ ਬੜੀ ਛੇਤੀ ਕੇਂਦਰੀ ਸਰਕਾਰ ਉਹਦੀ ਹਮਾਇਤ ਵਿੱਚ ਆਉਂਦੀ ਆ, ਉਹਦੇ ਹੱਕ 'ਚ ਬਿਆਨ ਦਿੱਤੇ ਜਾਂਦੇ ਆ। ਕਿਤੇ ਤਾਂ ਚੁੱਕ ਕੇ ਪ੍ਰਤਾੜਿਤ ਕੀਤਾ ਜਾਂਦਾ, ਜਿਹੜੇ ਪੱਤਰਕਾਰ ਆ ਮਾਰੇ ਵੀ ਜਾਂਦੇ ਨੇ, ਠੀਕ ਆ, ਜੇਲ੍ਹਾਂ 'ਚ ਡੱਕਿਆ ਜਾਂਦਾ। ਤੇ ਜਿਹੜਾ ਆਪਣਾ ਤੁੱਤੂਆ ਸਰਕਾਰ ਦਾ, ਉਹਦੇ ਬਚਾਅ ਤੇ ਸਰਕਾਰ ਆਉਂਦੀ ਹੈਗੀ ਆ। ਬਿਲਕੁਲ। ਅਗਲੀ ਗੱਲ, ਜੋ ਕੁਛ ਪਿਛਲੇ ਦਿਨੀ ਲੀਕ ਹੋਇਆ ਹੈਗਾ ਪ੍ਰਣਬ ਗੋਸਵਾਮੀ ਕੋਲੋਂ, ਉਹ 5 ਬੰਦਿਆਂ ਕੋਲ ਹੁੰਦਾ। ਦੇਖੋ, ਬਿਲਕੁਲ, ਪ੍ਰਧਾਨ ਮੰਤਰੀ ਹੋ ਗਿਆ, ਗ੍ਰਹਿ ਮੰਤਰੀ ਹੋ ਗਿਆ, ਡਿਫੈਂਸ ਮਿਨਿਸਟਰ ਹੋ ਗਿਆ, ਫੌਜਾਂ ਦਾ ਮੁਖੀ ਹੋ ਗਿਆ, ਠੀਕ ਹੈ। ਸੋ ਇਹ 4-5 ਬੰਦਿਆਂ ਤੋਂ ਇਲਾਵਾ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ, ਉਹ ਸੀਕ੍ਰੇਟ ਇਨਫੋਰਮੇਸ਼ਨ ਸਾਰੀ, ਠੀਕ ਹੈ। ਤੇ ਉਹ ਪ੍ਰਣਬ ਕੋਲ ਕਿੱਥੋਂ ਆ ਗਈ? ਅਰਨਬ ਗੋਸਵਾਮੀ ਕੋਲ ਕਿੱਥੋਂ ਆ ਗਈ? ਠੀਕ ਹੈ। ਸੋ ਅਰਨਬ ਗੋਸਵਾਮੀ ਸਰਕਾਰ ਦਾ ਇਹ ਜਿਹੜਾ ਗੁਪਤ ਭੇਦ ਨੇ ਉਹਦੇ ਨਾਲ ਸਾਂਝੇ ਕਿਹਨੇ ਕੀਤੇ? ਪਹਿਲਾਂ ਤਾਂ ਇਹੀ ਜਿਹੜਾ ਜਾਂਚ ਦਾ ਇੱਕ ਵਿਸ਼ਾ ਹੈਗਾ, ਔਰ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਪਈ। ਸਾਡੇ ਜਿਹੜੇ ਨੈਸ਼ਨਲ ਸੀਕ੍ਰੇਟਸ ਨੇ ਉਹ ਅਰਨਬ ਗੋਸਵਾਮੀ ਵਰਗੇ ਜਿਹੜਾ ਆ ਪੱਤਰਕਾਰ ਦੇ ਕੋਲ ਚਲੇ ਜਾਣ ਕਿਸੇ ਤਰ੍ਹਾਂ। ਬਿਲਕੁਲ। ਫਿਰ ਜੋ ਕੁਛ ਪੁਲਵਾਮਾ ਦੇ ਵਿੱਚ ਹੁੰਦਾ ਉਹ ਵੀ WhatsApp ਚੈਟ ਦੇ ਵਿੱਚ 40 ਸੈਨਿਕ ਜਿੱਥੇ ਸ਼ਹੀਦ ਹੋਏ, 40 ਸੈਨਿਕ ਸ਼ਹੀਦ ਹੋਏ ਪਈ, ਉਹ ਪਹਿਲਾਂ ਹੀ ਉਹਦੀ ਖੁਸ਼ੀ ਮਨਾ ਰਹੇ ਆ ਪਈ। ਉੱਥੇ ਸ਼ਹਾਦਤ ਤੋਂ ਬਾਅਦ ਹੁਣ ਭਾਜਪਾ ਦੀ ਸਰਕਾਰ ਬਣਨ ਨੂੰ ਕੋਈ ਨਹੀਂ ਰੋਕ ਸਕਦਾ। ਇਹਦਾ ਮਤਲਬ ਵੀ ਉਹ ਕਿਸੇ ਸਾਜ਼ਿਸ਼ ਤਹਿਤ ਮਾਰੇ ਗਏ ਆ। ਬਿਲਕੁਲ। ਕਿ ਉਹ ਉਹਨਾਂ ਜਿਹੜੇ ਮਤਲਬ ਬੰਦੇ ਸ਼ਹੀਦ ਹੁੰਦੇ ਨੇ ਸਾਡੇ ਫੌਜੀ ਪੁਲਵਾਮਾ ਦੇ ਵਿੱਚ, ਉਹਨਾਂ ਦਾ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਵੀ ਉਹ ਸ਼ਹੀਦ ਹੋ ਰਹੇ ਆ? ਇਹ ਉਹਨੂੰ ਇਲੈਕਸ਼ਨ ਨਾਲ ਜੋੜ ਕੇ ਗੱਲ ਕਰ ਰਿਹਾ, ਠੀਕ ਹੈ ਨਾ। ਸੋ ਕੀ ਦੇਖਣ ਵਾਲੀ ਗੱਲ ਤਾਂ ਇਹ ਆ ਵੀ ਭਾਜਪਾ ਸਰਕਾਰ ਦਾ ਜਿਹੜਾ ਮਹੱਲ ਖੜਾ ਹੋਇਆ ਕੇਂਦਰ ਦੇ ਵਿੱਚ, ਉਹਦੀਆਂ ਨੀਹਾਂ 'ਚ ਕਿਤੇ ਉਹਨਾਂ ਦੇਸ਼ ਭਗਤਾਂ ਦੀਆਂ, ਉਹਨਾਂ ਫੌਜੀਆਂ ਦੀਆਂ ਲਾਸ਼ਾਂ ਤਾਂ ਨਹੀਂ, ਲਾਸ਼ਾਂ ਨਾਲ ਤਾਂ ਨੀਹਾਂ ਨਹੀਂ ਭਰੀਆਂ, ਉਹਦੇ ਉੱਤੇ ਤਾਂ ਉਹ ਉਸਾਰੀ ਨਹੀਂ ਹੋਈ ਉਹਨਾਂ ਦੇ ਮਹਿਲ ਦੀ। ਜੀ ਜੀ। ਸੋ ਤੁਸੀਂ ਦੇਖੋ ਵੀ ਇੱਕ ਵਾਰੀ ਚਿੱਠੀ ਸਿੰਘਪੁਰਾ ਦੇ ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਆਉਣਾ ਸੀਗਾ ਬਿਲ ਕਲਿੰਟਨ ਹੁਣੀ, ਤਾਂ ਤੁਹਾਨੂੰ ਪਤਾ ਵੀ ਉੱਥੇ ਸਿੱਖ ਮਾਰੇ ਗਏ ਸੀਗੇ। ਬਿਲਕੁਲ। ਤਾਂ ਉਦੋਂ ਕੇਂਦਰ ਦੀਆਂ ਏਜੰਸੀਆਂ ਤੇ ਦੋਸ਼ ਲੱਗਦੇ ਸੀਗੇ ਵੀ ਇਹ ਆਪ ਹੀ ਕਤਲੇਆਮ ਹੋਇਆ, ਠੀਕ ਹੈ। ਸੋ ਕਿਤੇ ਪੁਲਵਾਮਾ ਦੇ ਵਿੱਚ ਵੀ ਜੋ ਕੁਛ ਹੋਇਆ ਉਹਦੇ 'ਚ ਸਾਡੀਆਂ ਕੇਂਦਰੀ ਏਜੰਸੀਆਂ ਦਾ ਹੱਥ ਤਾਂ ਨਹੀਂ ਸੀਗਾ, ਇਹ ਦੇਖਣ ਵਾਲੀ ਗੱਲ ਹੈਗੀ ਆ। ਅੱਛਾ, ਉਹ ਤੋਂ ਵੀ ਜ਼ਿਆਦਾ ਇੱਕ ਹੋਰ ਚੀਜ਼ ਜਿਹੜੀ ਉਹਨਾਂ ਦੇ ਵਿੱਚ ਨਿਕਲ ਕੇ ਆਉਂਦੀ ਹੈ, ਉਹ ਗੱਲਾਂ ਕਰਦੇ ਆ ਜੱਜਸ ਦੀਆਂ। ਜੱਜਸ ਨੂੰ ਕਿੱਦਾਂ ਫਿਕਸ ਕਰੀਦਾ, ਜੱਜਸ ਤੁਹਾਡੇ ਹੱਕ 'ਚ ਕਿੱਦਾਂ ਫੈਸਲਾ ਦਿੰਦੇ ਆ, ਔਰ PM ਹਾਊਸ ਤੱਕ ਦੀਆਂ ਗੱਲਾਂ ਕਰਦੇ ਆ ਵੀ ਉੱਥੇ ਤਾਂ ਆਪਾਂ PM ਨੂੰ ਕਹਿ ਦਿਆਂਗੇ ਜਾਂ ਇਹ ਸਾਰਾ ਕੁਝ। ਇਹਦਾ ਮਤਲਬ ਇੱਕ ਐਂਕਰ ਦੇ ਹੱਥ 'ਚ ਤੁਸੀਂ ਦੇਖੋ ਵੀ ਅਰਨਬ ਬਦਨਾਮ ਐਂਕਰ ਆ ਜੀ, ਠੀਕ ਆ।
ਉਹਨਾਂ ਨੂੰ ਮਤਲਬ ਜਿਨ੍ਹਾਂ ਦੀ ਕੋਈ ਨਾ ਵਕਤ ਨਹੀਂ ਜਰਨਲਿਜ਼ਮ ਦੇ ਉੱਪਰਲੇ ਹਲਕਿਆਂ ਦੇ ਵਿੱਚ, ਉਹਨਾਂ ਨੂੰ ਕੋਈ ਜਰਨਲਿਸਟ ਨਹੀਂ ਸਮਝਦਾ ਅਰਨਬ ਗੋਸਵਾਮੀ ਨੂੰ। ਸੋ ਉਹੋ ਜਿਹੇ ਬੰਦੇ ਕੋਲ ਦੇਸ਼ ਦੇ ਇੰਨੇ ਜਿਹੜੇ ਮਤਲਬ ਟੌਪ ਸੀਕ੍ਰੇਟ ਹੋਣ, ਬਿਲਕੁਲ ਉਹਨਾਂ ਸ਼ੇਅਰ ਕਿਹਨੇ ਕੀਤੇ? ਹੁਣ ਜਿੱਦਣ ਤੋਂ ਦੋਸ਼ ਲੱਗੇ ਨੇ ਉਦਣ ਤੋਂ ਉਹ ਹੈ ਕਿੱਥੇ? ਲੋਕ ਤਾਂ ਇਹ ਵੀ ਕਹਿੰਦੇ ਆ ਵੀ ਭਾਜਪਾ ਸ਼ਾਸਿਤ ਸੂਬਾ ਆ ਹਰਿਆਣਾ ਸਰਕਾਰ ਨਹੀਂ ਉਹਨੂੰ ਕਿਤੇ ਲੁਕੋਇਆ ਹੋਇਆ। ਸੋ ਇਹ ਸਾਰੀਆਂ ਗੱਲਾਂ ਜਾਂਚ ਦਾ ਵਿਸ਼ਾ ਆ। ਜਿਹਨੂੰ ਤੁਸੀਂ ਮਰਜ਼ੀ ਮਤਲਬ ਦੇਸ਼ ਧਰੋਹੀ ਗਰਦਾਨ ਦਿੰਦੇ ਹੋ, ਜਿਹਨੂੰ ਤੁਸੀਂ ਮਰਜ਼ੀ ਅੱਤਵਾਦੀ ਖਾਲਿਸਤਾਨੀ ਮਾਓਵਾਦੀ ਗਰਦਾਨ ਦਿੰਦੇ ਹੋ। ਹੁਣ ਤੁਹਾਡਾ ਆਪਣਾ ਖਾਸ ਬੰਦਾ ਉਹ ਦੇਸ਼ ਧਰੋਹੀ ਹੈ, ਉਹ ਦੇਸ਼ ਧਰੋਹੀ ਆ, ਤਾਂ ਉਹ ਕਿੱਥੇ ਆ? ਉਹਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ? ਕਿੱਥੇ ਆ ਦੇਸ਼ ਦੀਆਂ ਖੁਫੀਆ ਏਜੰਸੀਆਂ? ਅੱਜ ਤੱਕ ਉਹਨੂੰ ਫੜਿਆ ਕਿਉਂ ਨਹੀਂ? ਸੋ ਇਹ ਸਾਰੀਆਂ ਗੱਲਾਂ, ਇਹ ਸਾਰੇ ਸਵਾਲ ਜਵਾਬਾਂ ਦੀ ਮੰਗ ਕਰਦੇ ਨੇ। ਬਿਲਕੁਲ ਤੇਜਪਾਲ ਜੀ, ਇਹ ਉਹ ਮਸਲਾ ਆ ਜਿਹੜਾ ਐਂ ਹੀ ਮਤਲਬ ਹਾਊ ਪਰੇ ਕਰਨ ਵਾਲਾ ਮਸਲਾ ਨਹੀਂਗਾ। ਇਹਦੇ ਖਿਲਾਫ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ। ਦੇਸ਼ ਭਗਤ ਤਾਕਤਾਂ ਨੂੰ ਇਕੱਠੇ ਹੋ ਕੇ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੀਦਾ ਕਿ ਅਰਨਬ ਗੋਸਵਾਮੀ ਨੂੰ ਕਿਉਂ ਪ੍ਰੋਟੈਕਟ ਕਰ ਰਹੇ ਆ। ਜੇ ਬਈ ਉਹ ਜਿਹੜੇ ਗੁਪਤ ਭੇਦ ਆ ਉਹ ਕਿਹਨੇ ਸਾਂਝੇ ਕੀਤੇ, ਕਿੱਦਾਂ ਲੀਕ ਹੋਏ, ਉਹ ਜ਼ਿੰਮੇਵਾਰੀ ਮਿੱਥੇ ਜਾਵੇ। ਠੀਕ ਹੈ, ਔਰ ਉਸ ਤੋਂ ਮਗਰੋਂ ਇਹਨੂੰ ਮਤਲਬ ਜਿਹੜੀ ਬਣਦੀ ਸਜ਼ਾ ਦਿੱਤੀ ਜਾਵੇ, ਬੰਦੇ ਨੂੰ ਅਰੈਸਟ ਕੀਤਾ ਜਾਵੇ। ਹੀ ਸ਼ੁੱਡ ਬੀ ਬ੍ਰੌਟ ਟੂ ਦ ਕੋਰਟ। ਠੀਕ ਹੈ, ਹੀ ਸ਼ੁੱਡ ਬੀ ਡਰੈਗ ਟੂ ਦ ਕੋਰਟ। ਉਹ ਬੰਦਾ ਤੁਸੀਂ ਦੇਖੋ ਭਈ ਕਿੰਨਾ ਸਰਕਾਰ ਦਾ ਮਤਲਬ ਉਹ ਜ਼ੋਰ ਲਾ ਕੇ ਪ੍ਰਚਾਰ ਕਰਨ ਵਾਲਾ ਬੰਦਾ ਹੋਵੇ, ਉਹਦੇ ਕੋਲ ਇਹ ਸਾਰੇ ਭੇਦ ਹੋਣ ਤੇ ਉਹਨੂੰ ਕੋਈ ਪੁੱਛ ਨਾ ਰਿਹਾ ਹੋਵੇ। ਇੰਨੇ ਦਿਨ ਇਸ ਗੱਲ ਨੂੰ ਲੰਘ ਗਏ ਆ। ਸੋ ਇਹਦੇ ਖਿਲਾਫ ਲਾਮਬੰਦੀ ਮੇਰੇ ਜਾਚੇ ਹੋਣੀ ਚਾਹੀਦੀ ਆ। ਇੱਕ ਵੀਡੀਓ ਮੈਂ ਦੇਖ ਰਿਹਾ ਸੀ, ਉਹਦੇ ਵਿੱਚ ਪ੍ਰਾਈਮ ਮਿਨਿਸਟਰ ਆਪਣੇ ਸ਼੍ਰੀ ਨਰਿੰਦਰ ਮੋਦੀ ਜੀ ਇੱਕ ਬੜੀ ਵੱਡੀ ਸਭਾ ਦੇ ਵਿੱਚ ਉਹਦੀਆਂ ਸਿਫਤਾਂ ਦੇ ਪੁਲ ਬੰਨੀ ਜਾ ਰਹੇ ਸੀਗੇ ਤੇ ਸੋ ਤੁਸੀਂ ਕਦੀ ਬਿਲਕੁਲ ਪ੍ਰਧਾਨ ਮੰਤਰੀ ਹੁਣਾਂ ਦਾ ਚਹੇਤਾ ਆ ਨਾ ਉਹ। ਤਾਂ ਦੂਸਰੇ ਗੱਲ ਇਹ ਆ ਭਈ ਅੱਜ ਤੱਕ ਉਧਰਲੇ ਪਾਸਿਓਂ ਸਾਊਥ ਵਾਲੇ ਪਾਸਿਓਂ ਖਾਸ ਕਰਕੇ ਗੁਜਰਾਤ 'ਚੋਂ ਦੇਸ਼ ਲਈ ਕਿੰਨੀਆਂ ਕੁ ਕੁਰਬਾਨੀਆਂ ਕੀਤੀਆਂ ਉਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ। ਠੱਗੀਆਂ ਦੇਸ਼ ਦੇ ਨਾਲ ਕਿੰਨੀਆਂ ਮਾਰੀਆਂ ਗਈਆਂ, ਦੇਸ਼ ਦੇ ਖਜ਼ਾਨੇ ਨੂੰ ਕਿੰਨਾ ਚੂਨਾ ਲਾਇਆ ਗਿਆ ਉਹ ਵੀ ਤੁਹਾਨੂੰ ਸਾਨੂੰ ਸਾਰਾ ਪਤਾ ਜੀ। ਸੋ ਇਹ ਜਿਹੜੀ ਗੱਲ ਆ ਨਾ ਅਰਨਬ ਗੋਸਵਾਮੀ ਵਾਲੀ, ਇਹ ਮਤਲਬ ਐਂ ਚੁੱਪ ਚਪੀਤੇ ਇਹ ਮਸਲਾ ਨਹੀਂ ਨਿਬੇੜਿਆ ਜਾਣਾ ਚਾਹੀਦਾ, ਕਿਉਂਕਿ ਦੇਸ਼ ਦੇ ਹਿੱਤ ਦਾ ਮਸਲਾ, ਦੇਸ਼ ਦੀ ਸੁਰੱਖਿਆ ਦਾ ਮਸਲਾ ਹੈਗਾ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।